ਏਕੰਕਾਰ ਸਤਿਗੁਰ ਤੇ ਪ੍ਰਸਾਦ ਸਚ। ਵਾਹਿਗੁਰੂ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਆਦੜੀ ਛੰਦ ਗਮਨੀ ਬਰਾਤ ਬੜ ਧੂਮ ਧਾਮ, ਵੱਡ ਉਠੀ ਧੂਰ ਰਹਿ ਦਿਵਸ ਜਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਮਹਾਨ ਕਿਰਪਾ ਕਰਕੇ ਸਤਸੰਗਤ ਦੇ ਸੁਭਾਗੇ ਸਮੇਂ ਬਖਸ਼ਿਸ਼ ਕੀਤੇ। ਆਪ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੋ ਵਿਆਹ ਕਾਰਜਾਂ ਦੀ ਕਥਾ ਹੈ, ਪਹਿਲਾ ਵਿਆਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੋ ਹੋ ਰਿਹਾ ਹੈ, ਇਸ ਕਥਾ ਨੂੰ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹੋ। ਆਪਾਂ ਪਿਛੇ ਬਚਨ ਸਰਵਣ ਕਰਦੇ ਪਏ। ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਆਹ ਦੀਆਂ ਮਾਤਾ ਗੁਜਰੀ ਜੀਆਂ ਨੇ ਸਾਰੀਆਂ ਤਿਆਰੀਆਂ ਕੀਤੀਆਂ। ਬੇਅੰਤ ਸੰਗਤਾਂ ਆਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ। ਮਾਤਾ ਗੁਜਰੀ ਜੀਆਂ ਨੇ ਇਹ ਖਾਸ ਧਿਆਨ ਦੇ ਵਿੱਚ ਇਹ ਬਚਨ ਆਖਿਆ, ਜਿਨ੍ਹਾਂ ਕੋਲ ਨਵੇਂ ਬਸਤਰ ਨਹੀਂ ਜਾਂ ਪੈਰਾਂ ਵਿੱਚ ਪਾਉਣ ਵਾਸਤੇ ਨਵਾਂ ਜੋੜਾ ਨਹੀਂ ਹੈ, ਉਹ ਦੁਕਾਨ ਤੋਂ ਲੈ ਕੇ ਖਰੀਦ ਕੇ ਆਪਣੀ ਮਰਜ਼ੀ ਦਾ ਬਣਵਾ ਕੇ ਪਹਿਨ ਲਵੇ। ਉਸ ਦਾ ਜੋ ਖਰਚਾ ਹੋਵੇਗਾ ਉਹ ਖਜ਼ਾਨੇ ਵਿੱਚੋਂ ਦਿੱਤਾ ਜਾਏਗਾ, ਜਿਹੜਾ ਲੈ ਨਹੀਂ ਸਕਦਾ ਹੈ। ਇਸ ਤਰ੍ਹਾਂ ਦੇ ਜਦੋਂ ਬਚਨ ਹੋਏ, ਸਾਰੀ ਸੰਗਤ ਵਿੱਚੋਂ ਜਿਨ੍ਹਾਂ ਨੇ ਬਰਾਤ ਵਿੱਚ ਜਾਣਾ ਹੈ, ਸਾਰੀ ਬਰਾਤ ਸਜ ਧੱਜ ਕੇ ਮਹਾਰਾਜ ਜੀਆਂ ਦੀ ਚੱਲੀ ਹੈ। ਆਨੰਦਪੁਰ ਸਾਹਿਬ ਤੋਂ ਮਹਾਰਾਜ ਚੱਲ ਪਏ ਨੇ। ਕੋਈ ਗੱਡਿਆਂ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ, ਕੋਈ ਘੋੜੇ ਦੇ ਉੱਪਰ ਜਾਂਦਾ ਪਿਆ ਹੈ, ਇਸੇ ਤਰ੍ਹਾਂ ਕੋਈ ਰੱਥ ਦੀ ਸਵਾਰੀ ਕਰਦਾ ਪਿਆ ਹੈ। ਵੱਖ-ਵੱਖ ਸਵਾਰੀਆਂ ਦੇ ਉੱਪਰ, ਸਾਧਨਾਂ ਵਹੀਕਲਾਂ ਦੇ ਉੱਪਰ ਸੰਗਤ ਜਿਹੜੀ ਹੈ ਮਹਾਰਾਜ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਚੱਲੀ ਹੈ। ਇਹ ਬਚਨ ਪਿੱਛੇ ਆਪਾਂ ਇਤਿਹਾਸ ਦੇ ਸਰਵਣ ਕੀਤੇ। ਅੱਗੇ ਮਹਾਰਾਜ ਜਿਵੇਂ ਕਿਰਪਾ ਕਰਦੇ ਆਓ ਬੜੀ ਭਾਵਨਾ ਨਾਲ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਮਨੀ ਬਰਾਤ ਬੜ ਧੂਮ ਧਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਜੋ ਬਰਾਤ ਹੈ ਆਨੰਦਪੁਰ ਸਾਹਿਬ ਤੋਂ ਚੱਲ ਪਈ ਹੈ, ਜੰਝ ਚੜ੍ਹ ਕੇ ਚੱਲੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਜੰਝ ਜੋ ਬਰਾਤ ਹੈ, ਕਹਿਣ ਲੱਗੇ ਬੜੀ ਧੂਮ ਧਾਮ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਇਹ ਸੰਗਤਾਂ ਚੱਲੀਆਂ ਹਨ। ਵੱਡ ਉਠੀ ਧੂਰ ਰਹਿ ਦਿਵਸ ਜਾਮ। ਸੋ ਜਦੋਂ ਇਹ ਬਰਾਤ ਚੱਲੀ ਹੈ ਨਾ, ਤੇ ਉਹ ਜਿਹੜੇ ਪਹੀਏ ਨੇ ਗੱਡਿਆਂ ਦੇ ਜਾਂ ਘੋੜਿਆਂ ਦੇ ਜਿਹੜੇ ਪੌੜ ਨੇ, ਉਹਨਾਂ ਦੇ ਨਾਲ, ਬਲਦਾਂ ਦੇ ਖੁਰਾਂ ਦੇ ਨਾਲ ਬੜੀ ਮਿੱਟੀ ਘਟਾ ਜਿਹੜਾ ਨਾ ਉੱਡਿਆ ਆਕਾਸ਼ ਵੱਲ ਨੂੰ ਇੱਕੇ ਵਾਰੀ। ਕਹਿੰਦੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੀ ਬਰਾਤ ਚੱਲੀ ਹੈ ਤੇ ਇਸ ਵੇਲੇ ਇੱਕ ਪੈਰ ਦਿਨ ਰਹਿ ਗਿਆ ਹੈ ਜਦੋਂ ਮਹਾਰਾਜ ਚੱਲੇ ਹਨ। ਲਵਪੁਰੀ ਜਾਏ ਪਹੁੰਚੇ ਸੋਕਾ। ਇੱਕ ਪੈਰ ਰਾਤ ਰਹਿੰਦਿਆਂ, ਦਿਨ ਰਹਿੰਦਿਆਂ, ਭਾਵ ਕਿ ਜਦੋਂ ਸ਼ਾਮ ਕੂ ਦਾ ਸਮਾਂ ਹੋਇਆ ਨਾ 3 ਵਜੇ ਦਾ, ਉਸ ਵੇਲੇ ਮਹਾਰਾਜ ਜੀਆਂ ਦੀ ਬਰਾਤ ਜਿਹੜੀ ਹੈ ਨਾ ਲਾਹੌਰ ਸ਼ਹਿਰ ਪਹੁੰਚ ਗਈ ਹੈ। ਆਨੰਦਪੁਰ ਸਾਹਿਬ ਦੇ ਨੇੜੇ ਮਹਾਰਾਜ ਜੀਆਂ ਨੇ ਨਵਾਂ ਸ਼ਹਿਰ ਵਸਾਇਆ, ਨਾਮ ਰੱਖਿਆ ਗੁਰੂ ਕਾ ਲਾਹੌਰ। ਸੋ ਉੱਥੇ ਮਹਾਰਾਜ ਜੀਆਂ ਦਾ ਸਾਰਾ ਸਹੁਰਾ ਪਰਿਵਾਰ ਜਿਹੜਾ ਹੈ ਨਾ, ਪਹਿਲਾਂ ਤਿਆਰੀ ਕਰਕੇ ਸੰਗਤਾਂ ਦੇ ਰੂਪ ਵਿੱਚ ਸਾਰੇ ਬੈਠੇ ਹੋਏ। ਮਹਾਰਾਜ ਸਾਹਿਬ ਜੀ ਆਪਣੀ ਬਰਾਤ ਲੈ ਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪਣਾ ਪਹਿਲਾ ਵਿਆਹ ਕਰਾਉਣ ਵਾਸਤੇ ਗੁਰੂ ਕੇ ਲਾਹੌਰ। ਸੋ ਸ਼ਾਮ ਦੇ ਸਮੇਂ ਇੱਕ ਪੈਰ ਦਿਨ ਰਹਿੰਦਿਆਂ 3-3:30 ਵਜੇ ਦਾ ਸਮਾਂ ਇਸ ਸਮੇਂ ਨੂੰ ਪਹੁੰਚੇ ਹਨ। ਫਿਰ ਬ੍ਰਿੰਦ ਨਾਰ ਨਰ ਪਿਖਨ ਆਸ। ਜਦੋਂ ਮਹਾਰਾਜ ਪਹੁੰਚੇ ਗੁਰੂ ਕੇ ਲਾਹੌਰ, ਤੇ ਬਹੁਤ ਇਸਤਰੀਆਂ ਇਤਿਆਦਿਕ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਖੜੀਆਂ ਹੋਈਆਂ ਹਨ। ਇੱਕ ਦਿਸ਼ਾ ਬਜਤ ਬਾਜੇ ਉਹਦਾ। ਇੱਕ ਪਾਸੇ ਲੈਣ ਦੇ ਵਿੱਚ ਬਾਜੇ ਵਜਾਉਣ ਵਾਲੇ ਇੱਕ ਦਿਸ਼ਾ, ਇੱਕ ਪਾਸੇ ਸਾਰੇ ਲੈਣ ਵਿੱਚ ਖੜੇ ਹੋਏ ਬਾਜੇ ਵਜਾ ਰਹੇ ਹਨ। ਇੱਕ ਦਿਸ਼ਾ ਗੀਤ ਗਨ ਗਾਏ ਨਾਰ। ਇੱਕ ਪਾਸੇ ਗੀਤ ਗਾਉਣ ਵਾਲੇ ਬਾਜੇ, ਇੱਕ ਪਾਸੇ ਗੀਤ ਗਾਉਣ ਵਾਲੇ, ਇੱਕ ਪਾਸੇ ਵਿੱਚੋਂ ਰਾਹ ਛੱਡਿਆ ਜਿਹਦੇ ਵਿੱਚੋਂ ਦੀ ਬਰਾਤ ਲੰਘ ਕੇ ਅੱਗੇ ਰਵਾਨਾ ਹੋਣੀ ਹੈ। ਬਰਾਤ ਦਾ ਸਵਾਗਤ ਕਰਨ ਵਾਸਤੇ ਕਹਿਣ ਲੱਗੇ, ਇੱਕ ਪਾਸੇ ਤੇ ਬਾਜੇ ਗਾਜੇ ਵੱਜ ਰਹੇ, ਇੱਕ ਪਾਸੇ
ਜਿਹੜੇ ਨੇ ਉਹ ਸ਼ਗਨਾਂ ਦੇ ਗੀਤ ਗਾਉਣ ਵਾਲੇ ਮਾਈਆਂ ਬੀਬੀਆਂ ਖੜੀਆਂ ਹੋਈਆਂ, ਜਾਂ ਇਸ ਤਰ੍ਹਾਂ ਕਹਿ ਲਈਏ ਗੁਰੂ ਕੀ ਬਾਣੀ ਦੇ ਸ਼ਬਦ ਪੜ੍ਹਨ ਵਾਲੇ ਗੁਰੂ ਕੇ ਸਿੱਖ ਇੱਕ ਪਾਸੇ ਖੜੇ ਹੋਏ। ਇਸ ਤਰ੍ਹਾਂ ਰਸਤੇ ਦੇ ਦੋਨੇ ਪਾਸੇ, ਇੱਕ ਪਾਸੇ ਸਾਜ਼ ਵਜਾਉਣ ਵਾਲੇ, ਇੱਕ ਪਾਸੇ ਸ਼ਬਦ ਗਾਉਣ ਵਾਲੇ, ਤੇ ਵਿੱਚੋਂ ਦੀ ਜਿਹੜੀ ਬਰਾਤ ਹੈ ਉਹ ਅੱਗੇ ਨੂੰ ਜਾ ਰਹੀ ਹੈ। ਛੜਕਾਰ ਰਥਨ ਮਗ ਅਦਕ ਹੋਏ। ਇਹ ਜਿਹੜੇ ਰਥ ਨੇ ਮਹਾਰਾਜ ਜੀਆਂ ਦੀ ਬਰਾਤ ਵਿੱਚ ਰਥ ਵੀ ਚੱਲੇ ਨੇ, ਤੇ ਰਥਾਂ ਦੇ ਨਾਲ ਘੁੰਗਰੂ ਵਗੈਰਾ ਬੱਧੇ ਸਨ, ਤੇ ਉਹਨਾਂ ਦੇ ਛਣਕਣ ਦੀ ਬੜੀ ਆਵਾਜ਼ ਆਉਂਦੀ ਹੈ। ਇੱਕ ਦਿਸ਼ਾ ਕੁਦਾਵਤ ਹੈਨ ਕੋਈ। ਤੇ ਕੋਈ ਆਪਣੇ ਘੋੜੇ ਦੇ ਉੱਪਰ ਚੜਿਆ ਹੋਇਆ ਹੈ, ਤੇ ਘੋੜੇ ਬੜੇ ਬਲ ਵਾਲੇ, ਬੜੇ ਤਗੜੇ, ਉਹ ਇਸ ਤਰ੍ਹਾਂ ਛਾਲਾਂ ਮਾਰ ਕੇ ਇਧਰ ਉਧਰ ਨੂੰ ਜਾਂਦੇ ਹਨ। ਬਦ ਸ਼ਬਦ ਭਇਓ ਚੱਕਰਨ ਗੰਭੀਰ। ਇਸ ਤਰ੍ਹਾਂ ਕਹਿਣ ਲੱਗੇ ਵੀ ਜਿਹੜੇ ਚੱਕਰ ਨੇ ਨਾ, ਭਾਵ ਕੇ ਗੱਡਿਆਂ ਦੇ ਪਹੀਏ, ਉਹਨਾਂ ਦੇ ਵੀ ਵਿੱਚੋਂ ਆਵਾਜ਼ ਆਉਂਦੀ ਹੈ, ਚੂੰ ਚੂੰ ਦੀ ਆਵਾਜ਼। ਕਹਿੰਦੇ ਗੱਡੇ ਚੱਲਦੇ, ਉਹਨਾਂ ਦੀ ਆਪਣੀ ਆਵਾਜ਼ ਆ ਰਹੀ ਹੈ। ਜਿਨ ਚੜਿਓ ਗਰਜ ਨੀਰਦ ਸੁਨੀਰ। ਮੰਨ ਲਓ ਵੀ ਜਿਸ ਤਰ੍ਹਾਂ ਸਮੁੰਦਰ ਦਾ ਪਾਣੀ ਇੱਕੇ ਵਾਰੀ ਛਲ ਮਾਰ ਕੇ ਚੜਦਾ ਤੇ ਬੜਾ ਭਿਆਨਕ ਆਵਾਜ਼ ਕਰਦਾ, ਜਿਸ ਤਰ੍ਹਾਂ ਸਮੁੰਦਰ ਵਿੱਚ ਜਵਾਰ ਭਾਟਾ ਆ ਜਾਂਦਾ ਹੈ, ਇਸ ਤਰ੍ਹਾਂ ਕਹਿਣ ਲੱਗੇ ਬਰਾਤ ਦੇ ਨਾਲ ਜਿਹੜੇ ਜਾ ਰਹੇ ਨੇ ਬਰਾਤੀ, ਕਿਸੇ ਦੇ ਘੋੜਿਆਂ ਦੀ ਟਾਪਾਂ ਦੀ ਆਵਾਜ਼, ਤੇ ਇਸੇ ਤਰ੍ਹਾਂ ਗੱਡਿਆਂ ਦੇ ਪਹੀਆਂ ਦੀ ਆਵਾਜ਼, ਅਤੇ ਰਥਾਂ ਦੇ ਲੱਗੇ ਹੋਏ ਜਿਹੜੇ ਘੁੰਗਰੂ ਨੇ ਉਹਨਾਂ ਦੀ ਆਵਾਜ਼ ਐਸੀ ਬਣਦੀ ਪਈ ਹੈ। ਨਰ ਬਰਿੰਦ ਕੁਲਾਹਲ ਬਹੁ ਕਰੰਤ। ਇਸ ਤਰ੍ਹਾਂ ਬਹੁਤ ਜ਼ਿਆਦੀ ਸੰਗਤ ਹੈ ਮਹਾਰਾਜ ਦੀ ਬਰਾਤ ਵਿੱਚ। ਕੋਈ ਗੱਲਾਂ ਕਰਦਾ, ਕੋਈ ਆਪਸ ਵਿੱਚ ਬੋਲ ਚਾਲ ਕਰਦਾ, ਉਹਨਾਂ ਦਾ ਵੀ ਆਪਸ ਵਿੱਚ ਕਾਫੀ ਸ਼ੋਰ ਸ਼ਰਾਬਾ ਹੋ ਰਿਹਾ ਹੈ। ਹੋਏ ਹੈਨ ਹਰੇਖਾ ਰਵ ਉਠਨ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜੇ ਘੋੜੇ ਨੇ ਹਿਣਕਦੇ ਪਏ, ਤੇ ਬਹੁਤ ਜ਼ਿਆਦਾ ਉਹਨਾਂ ਦਾ ਸ਼ਬਦ ਆਵਾਜ਼ ਹੋ ਰਹੀ ਹੈ। ਸ਼ੁਤਰਨ ਉਪਰ ਸੁਥਰੀ ਵਜੰਤ। ਸੋ ਇਸੇ ਤਰ੍ਹਾਂ ਕਹਿਣ ਲੱਗੇ ਵਜਾਉਣ ਵਾਲੇ ਜਿਹੜੇ ਨੇ ਵੱਖ-ਵੱਖ ਸਾਜ਼ਾਂ ਨੂੰ ਵਜਾਉਂਦੇ ਪਏ। ਸ਼ੁਤਰੀ ਨਾਮ ਸੋ ਊਠ ਦੇ ਉੱਪਰ ਰੱਖਿਆ ਹੋਇਆ ਨਗਾਰਾ। ਅੱਜ ਵੀ ਆਪਾਂ ਵੇਖਦੇ ਨਾ ਗੁਰੂ ਕੇ ਨਿਹੰਗ ਸਿੰਘ ਘੋੜਿਆਂ ਦੇ ਉੱਪਰ ਨਗਾਰੇ ਬੱਧੇ ਹੋਏ। ਮਹਾਰਾਜ ਦੀ ਬਰਾਤ ਦੇ ਨਾਲ ਜਿਹੜੇ ਨਗਾਰੇ ਗਏ, ਊਠ ਦੇ ਉੱਪਰ ਗੁਰੂ ਕੇ ਸਿੱਖਾਂ ਨੇ ਨਗਾਰੇ ਬੱਧੇ ਹੋਏ। ਜਿਵੇਂ ਜਿਵੇਂ ਬਰਾਤ ਚੱਲਦੀ ਹੈ ਉਵੇਂ ਉਵੇਂ ਨਗਾਰੇ ਵੱਜਦੇ ਹਨ। ਕੁਛ ਕਹੀ ਬਾਤ ਕਿਸਨੇ ਸੁਣਨ। ਸੋ ਇੰਨਾ ਸ਼ੋਰ ਸ਼ਰਾਬਾ ਹੋ ਰਿਹਾ ਵੀ ਜਿਹੜੀ ਗੱਲਬਾਤ ਇੱਕ ਦੂਜੇ ਦੀ ਕਹੀ ਹੋਈ ਸੁਣਾਈ ਨਹੀਂ ਦਿੰਦੀ ਹੈ। ਗੁਰਪੁਰੀ ਛੋਟ ਉਤਸਵ ਵਿਸਾਲ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਇਹ ਨਗਰੀ ਛੱਡ ਕੇ ਅਨੰਦਪੁਰ ਸਾਹਿਬ ਨੂੰ, ਤੇ ਸੰਗਤਾਂ ਬਰਾਤ ਦੇ ਰੂਪ ਵਿੱਚ ਗੁਰੂ ਕੇ ਲਾਹੌਰ ਪਹੁੰਚ ਗਈਆਂ ਹਨ। ਜਨ ਵਿੱਚ ਨਾਮੇ ਬਾਹਰ ਉਸ਼ਾਲ। ਸੋ ਕਹਿਣ ਲੱਗੇ ਇਸ ਤਰ੍ਹਾਂ ਮੰਨ ਲਈਏ ਕਿ ਜਿਵੇਂ ਕਹਿਣ ਲੱਗੇ ਵੀ ਬਹੁਤ ਜ਼ਿਆਦਾ ਇਹ ਸਮਾਂ ਜਿਹੜਾ ਹੈ, ਜਿਸ ਤਰ੍ਹਾਂ ਕਿ ਸੋ ਇਤ ਉਤ ਇਹ ਜਿਹੜਾ ਸਮਾਂ ਹੈ, ਸੰਗਤ ਹੈ, ਬਹੁਤਾ ਉਛਾਲ ਸਮੁੰਦਰ ਦੇ ਪਾਣੀ ਵਾਂਗੂ ਆਇਆ ਹੈ। ਮਨ ਆਏ ਜੋ ਮੰਗਤ ਊਚ ਨੀਚ। ਇਸੇ ਤਰ੍ਹਾਂ ਮਹਾਰਾਜ ਦੀ ਬਰਾਤ ਆ ਗਈ। ਉਹ ਜਿਹੜੇ ਪਹਾੜੀਏ ਲੋਕ ਨੇੜੇ ਪਿੰਡਾਂ ਵਿੱਚ ਸਾਨੂੰ ਮੰਗਣ ਵਾਲੇ ਮੰਗਤੇ ਆ ਗਏ ਇਕੱਠੇ ਹੋ ਕੇ। ਕੋਈ ਗਰੀਬ ਹੈ, ਕੋਈ ਕਿਸ ਤਰ੍ਹਾਂ ਦਾ ਹੈ, ਕੋਈ ਅਪਾਹਜ ਹੈ, ਮੰਗਣ ਵਾਲੇ ਬੇਅੰਤ ਮੰਗਤੇ ਇਕੱਠੇ ਹੋਏ ਹਨ। ਸਭ ਲਹਿਨ ਦਰਬ ਹੋਏ ਊਚ ਨੀਚ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਖਜ਼ਾਨਚੀ ਨੂੰ, ਗੁਰੂ ਕੇ ਸਿੱਖ ਨੂੰ ਆਖਿਆ ਵੀ ਜਿਹੜਾ ਜਿੰਨਾ ਵੀ ਦਾਨ ਮੰਗਦਾ ਹੈ ਉਸ ਨੂੰ ਮੂੰਹ ਮੰਗਿਆ ਦਾਨ ਦਿੱਤਾ ਜਾਵੇ। ਅਸੀਂ ਦਾਨ ਦਿੰਦੇ ਹਾਂ ਆਪਣੀ ਮਰਜ਼ੀ ਦੇ ਨਾਲ, ਜਿੱਦਾਂ ਸਾਡਾ ਜੀ ਕਰੇ। ਜੇ ਮੰਗਤਾ ਸਾਡੇ ਕੋਲ ਬਹੁਤੇ ਪੈਸੇ ਧਨ ਮੰਗੇ, ਅਸੀਂ ਉਹਦੀ ਮਰਜ਼ੀ ਮੁਤਾਬਕ ਨਹੀਂ ਉਸ ਨੂੰ ਦਾਨ ਦਿੰਦੇ। ਦਾਨ ਉਹ ਦਿੱਤਾ ਜਾਂਦਾ ਹੈ ਜਿਹੜੀ ਸਾਡੀ ਮਰਜ਼ੀ ਹੁੰਦੀ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਜਿੰਨਾ ਵੀ ਕੋਈ ਦਾਨ ਮੰਗੇ, ਮੰਗਤਾ ਮੂੰਹ ਉਨੀ ਮਾਇਆ ਧਨ ਉਸ ਨੂੰ ਦੇਣਾ ਹੈ। ਇਸ ਤਰ੍ਹਾਂ ਖਜ਼ਾਨੇ ਵਿੱਚੋਂ ਮਾਇਆ ਭੇਟ ਕਰਦੇ ਹਨ। ਬਹੁ ਕਰਤ ਸੋ ਜਸ ਗੁਰਦਾਨ ਪਾਏ। ਮਹਾਰਾਜ ਦੇ ਕੋਲੋਂ ਜਿਹੜੇ ਦਾਨ ਲੈਣਗੇ, ਗੁਰਮੁਖੋ ਕੱਲਾ ਮਾਇਆ ਦਾ ਦਾਨ ਥੋੜੀ, ਇੱਥੇ ਤੇ ਕਿਰਪਾ ਦਾ ਦਾਨ ਵੀ ਤੇ ਵਰਤਦਾ ਪਿਆ ਨਾ। ਬਖਸ਼ਿਸ਼ ਜਿਹੜੀ ਮਹਾਰਾਜ ਦੀ ਉਹ ਵੀ ਵਰਤਦੀ ਪਈ ਹੈ। ਅੰਮ੍ਰਿਤ ਵੀ ਮਹਾਰਾਜ ਦੇ ਨੇਤਰਾਂ ਤੋਂ ਬਰਸਦਾ ਪਿਆ ਹੈ। ਕਈ ਤਰ੍ਹਾਂ ਦੇ ਦਾਨ, ਕੋਈ ਮਾਇਆ ਦਾ ਦਾਨ, ਕੋਈ ਕਿਰਪਾ ਦਾ ਦਾਨ, ਕੋਈ ਬਖਸ਼ਿਸ਼ ਦਾ ਦਾਨ, ਕੋਈ ਗੁਰਸਿੱਖੀ ਦਾ ਦਾਨ, ਅਤੇ ਇਸੇ ਤਰ੍ਹਾਂ ਕੋਈ ਮੁਕਤੀ ਦਾ ਦਾਨ ਮਹਾਰਾਜ ਦੇ ਕੋਲੋਂ ਲੈਂਦਾ ਹੈ। ਸਭ ਜਗਤ ਮਾਹੇ ਨਸਮ ਨਾ ਕਹੇ। ਸੋ ਸੰਗਤਾਂ ਇਹ ਗੱਲ ਕਰਦੀਆਂ ਵੀ ਸ੍ਰਿਸ਼ਟੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਦੂਜਾ ਨਹੀਂ ਹੈ। ਹਰ ਜਸ ਸਸੁਰ ਗੁਰ ਬੁੱਧਵਾਨ। ਸੋ ਕਹਿਣ ਲੱਗੇ ਕਿ ਮਹਾਰਾਜ ਸਾਹਿਬ ਜੀਆਂ ਦੇ ਸਹੁਰੇ ਪਰਿਵਾਰ ਦੇ ਵਿੱਚ ਜਿਹੜੇ ਬੁੱਧੀਵਾਨ ਹਨ ਉਹ ਸਾਰੇ ਮਹਾਰਾਜ ਜੀਆਂ ਦਾ ਜਸ ਕਰਦੇ ਹਨ। ਸੁਧ ਲਹੀ ਬਰਾਤ ਆਗਮ ਮਹਾਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਬਰਾਤ ਦੀ ਸਾਰਿਆਂ ਨੇ ਖਬਰ ਲਈ ਹੈ। ਪਾਤਸ਼ਾਹ ਜੀਆਂ ਦੇ ਸਹੁਰਾ ਜੀ ਦਾ ਨਾਮ ਹਰ ਜਸ ਹੈ। ਸੋ ਕਹਿਣ ਲੱਗੇ ਇਹ ਅੱਗੇ ਚੱਲ ਕੇ ਆਏ, ਸਾਰੀ ਬਰਾਤ ਨੂੰ ਜੀ ਆਇਆਂ ਆਖਿਆ। ਫਿਰ ਸਾਰਿਆਂ ਦੇ ਜਲ ਪਾਣੀ ਛਕਣ ਦਾ ਪ੍ਰਬੰਧ ਜਿਹੜਾ ਬਿਠਾਉਣ ਦਾ ਪ੍ਰਬੰਧ ਕਰਨ ਵਾਸਤੇ ਅੱਗੇ ਵਧੇ ਹਨ। ਕਰਕੇ ਇਕੱਤਰ ਆਪਣੇ ਸੋਪਰਾ। ਆਪਣੇ ਭਰਾਵਾਂ ਨੂੰ ਇਕੱਠੇ ਕਰ ਲਿਆ। ਮਹਾਰਾਜ ਜੀਆਂ ਦੇ ਸਹੁਰਾ ਸਾਹਿਬ ਜਿਹੜੇ ਆਏ ਹੋਏ, ਆਪਣੇ ਭਰਾਵਾਂ ਨੂੰ, ਸ਼ਰੀਕੇ ਨੂੰ, ਇਸੇ ਤਰ੍ਹਾਂ ਬਰਾਤ ਨੂੰ ਜੀ ਆਇਆਂ ਕਹਿਣ ਵਾਸਤੇ ਸਾਰੇ ਇਕੱਠੇ ਹੋਏ ਹਨ। ਸਭ ਲੀਨ ਵਸਤ ਜੋ ਚਾਹੇ ਜਾ। ਜਿਹੜੀਆਂ
ਜਿਹੜੀਆਂ ਵਸਤੂਆਂ ਚਾਹੀਦੀਆਂ ਸਨ ਬਰਾਤ ਨੂੰ ਜੀ ਆਇਆਂ ਕਹਿਣ ਵਾਸਤੇ, ਉਹ ਸਾਰੀਆਂ ਆਪਣੇ ਕੋਲ ਮੰਗਵਾ ਲਈਆਂ ਮਹਾਰਾਜ ਜੀਆਂ ਦਾ ਸੋ ਧੰਨਵਾਦ ਕਰਨ ਵਾਸਤੇ। ਖਤਰੀਨ ਮੇਲ ਥਾਨਿਓ ਵਿਸਾਲ। ਇਸ ਤਰ੍ਹਾਂ ਇਹ ਜਿਹੜੇ ਖੱਤਰੀ ਨੇ ਲਾਹੌਰ ਸ਼ਹਿਰ ਦੇ ਮਹਾਰਾਜ ਜੀਆਂ ਦਾ ਸਹੁਰਾ ਪਰਿਵਾਰ, ਇਹ ਸਾਰੇ ਖੱਤਰੀ ਇਕੱਠੇ ਹੋ ਕੇ ਮਿਲ ਕੇ ਆ ਕੇ ਪਹੁੰਚੇ ਹਨ। ਵਿਵਹਾਰ ਗਿਆਤ ਸਿਆਣੇ ਸੰਭਾਲ। ਜਿਹੜੇ ਵਿਵਹਾਰ ਕਰਨਾ ਜਾਣਦੇ ਸਿਆਣੇ, ਕਿਉਂਕਿ ਵਿਆਹ ਦੇ ਵਿੱਚ ਕਈ ਤਰ੍ਹਾਂ ਦੇ ਸ਼ਗਨ ਹੁੰਦੇ ਨਾ, ਕਈ ਤਰ੍ਹਾਂ ਦੇ ਵਿਹਾਰ ਹੁੰਦੇ, ਤੇ ਉਹ ਵਿਹਾਰ ਕਿਵੇਂ ਕਰਨਾ, ਸ਼ਗਨ ਕਿਵੇਂ ਕਰਨਾ ਹੈ, ਜਿਹੜੇ ਸਿਆਣੇ ਸਿਆਣੇ ਸਿੱਖ ਨੇ ਮਹਾਰਾਜ ਜੀਆਂ ਦੇ ਸਹੁਰਾ ਪਰਿਵਾਰ ਦੇ, ਉਹ ਸਾਰੇ ਅੱਗੇ ਵਧੇ, ਕਿਉਂਕਿ ਉਹਨਾਂ ਨੇ ਦੱਸਣਾ ਹੈ ਵੀ ਆਹ ਸ਼ਗਨ ਇਸ ਤਰ੍ਹਾਂ ਕਰੀਏ, ਆਹ ਵਿਹਾਰ ਆਹ ਮਰਿਆਦਾ ਇਸ ਤਰ੍ਹਾਂ ਕਰਨੀ ਹੈ। ਸਿਆਣੇ ਸਿੱਖ ਅੱਗੇ ਹੋ ਕੇ ਵਿਆਹ ਦੇ ਸਾਰੇ ਕਾਰਜਾਂ ਨੂੰ ਕਰਵਾ ਰਹੇ ਹਨ। ਗੁਰਹਿਤ ਅਕੋਰਲੇ ਚੀਰ ਚਾਰ। ਗੁਰੂ ਪਾਤਸ਼ਾਹ ਵਾਸਤੇ ਸੁੰਦਰ ਭੇਟਾ ਤੇ ਸੋਹਣੇ ਬਸਤਰ ਮਹਾਰਾਜ ਨੂੰ ਭੇਟ ਕਰਨ ਵਾਸਤੇ ਇਹਨਾਂ ਨੇ ਆਪਣੇ ਹੱਥਾਂ ਵਿੱਚ ਲਏ ਹਨ। ਸਜ ਰਜਤ ਜੀਨ ਬਾਜੀਨ ਚਾਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਘੋੜੇ ਵਾਸਤੇ ਬੜੀ ਸੋਹਣੀ ਜਿਹੜੀ ਕਾਠੀ ਹੈ, ਉਹ ਵੀ ਇਹਨਾਂ ਨੇ ਮਹਾਰਾਜ ਜੀਆਂ ਨੂੰ ਅੱਗੋਂ ਸੋ ਜੀ ਆਇਆਂ ਕਹਿਣ ਵਾਸਤੇ, ਸ਼ੁਕਰਾਨਾ ਕਰਨ ਵਾਸਤੇ ਭੇਟ ਕੀਤੀ ਹੈ। ਦੋਹਰਾ ਥਾਤੀ ਭਰ ਕਰ ਦਰਬ ਕੀ ਬਸਤ ਅਪਰ ਸੰਭਾਰ। ਇੱਕ ਮਾਇਆ ਦੀ ਥੈਲੀ ਭਰ ਕੇ ਤੇ ਹੋਰ ਜਿਹੜੀਆਂ ਵਸਤੂਆਂ ਸਾਜੋ ਸਮਾਨ ਸਾਂਭਣ ਵਾਲਾ ਹੈ। ਚਲੇ ਹੇਤ ਸਨਮਾਨ ਕੇ ਗੁਰ ਸ਼ਰਦਾ ਮਹਾਰਾਜ ਜੀਆਂ ਦਾ ਸਨਮਾਨ ਕਰਨ ਵਾਸਤੇ ਸ਼ਰਧਾ ਦੇ ਨਾਲ ਇਹਨਾਂ ਨੇ ਬਸਤਰ ਲੈ ਲਏ ਮਹਾਰਾਜ ਜੀਆਂ ਨੂੰ ਭੇਟ ਕਰਨ ਵਾਸਤੇ। ਕੁਝ ਮਾਇਆ ਜਿਹੜੀ ਭੇਟ ਕਰਨੀ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ, ਉਹ ਵੀ ਨਾਲ ਲੈ ਲਈ ਹੈ। ਹੋਰ ਵੀ ਕੁਝ ਵਸਤੂਆਂ ਜਿਹੜੀਆਂ ਮਹਾਰਾਜ ਜੀ ਨੂੰ ਦੇਣੀਆਂ ਨੇ, ਉਹ ਸਾਰੀਆਂ ਨਾਲ ਲੈ ਕੇ ਚੱਲੇ ਹਨ। ਗੁਰਲਾਪੁਰ ਨਰ ਨਾਰ ਔਰ ਹਰਖਤ ਚਿਤ ਸਮੁਦਾਇ। ਸਤਿਗੁਰੂ ਪਾਤਸ਼ਾਹ ਲਾਹੌਰ ਸ਼ਹਿਰ ਵਿੱਚ ਪਹੁੰਚੇ ਹੋਏ, ਲਾਹੌਰ ਸ਼ਹਿਰ ਦੀਆਂ ਸੰਗਤਾਂ, ਗੁਰੂ ਕੇ ਲਾਹੌਰ ਦੀਆਂ ਸੰਗਤਾਂ ਬੜੀਆਂ ਖੁਸ਼ ਹਨ। ਤਤ ਬਰਾਤ ਪ੍ਰਤੀਖਣਾ ਦੁਲਹੋ ਦੇਖਣ ਚਾਹੇ। ਬਰਾਤ ਦੀ ਉਡੀਕ ਹੋ ਰਹੀ ਹੈ। ਆਮ ਸਧਾਰਨ ਵਿਆਹ ਹੋਵੇ ਤੇ ਲੋਕ ਬਰਾਤ ਦੀ ਉਡੀਕ ਕਰਦੇ, ਪਰ ਇਹ ਬਰਾਤ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਹੈ। ਜਿੱਥੇ ਬਰਾਤ ਦੀ ਉਡੀਕ ਹੋ ਰਹੀ ਹੈ, ਉਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਈਆਂ ਨੇ ਦਿਦਾਰੇ ਪਹਿਲੀ ਵਾਰੀ ਕਰਨੇ ਨੇ। ਸੰਗਤਾਂ ਦੇ ਮਨ ਵਿੱਚ ਆਇਆ ਕਿ ਕਦੋਂ ਪਾਤਸ਼ਾਹ ਆਉਣਗੇ। ਇਹ ਵਿਆਹ ਕਰਾਉਣ ਦਾ ਤੇ ਇੱਕ ਬਹਾਨਾ ਹੈ, ਇਹ ਸਾਨੂੰ ਦਰਸ਼ਨ ਬਖਸ਼ਿਸ਼ ਕਰਨਗੇ, ਸਾਡੇ ਤੇ ਕਿਰਪਾ ਕਰਨਗੇ। ਇਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਦਾਰੇ ਕਰਨ ਦੇ ਵਾਸਤੇ ਉਡੀਕ ਰਹੀਆਂ ਹਨ। ਸੰਗਤ ਬਹੁ ਗੁਰਗ੍ਰਾਮ ਕੀ ਸਗਰੀ ਤਹੀਂ ਉਤਾਰ। ਸਤਿਗੁਰੂ ਪਾਤਸ਼ਾਹ ਜੀਆਂ ਦੇ ਸਹੁਰਾ ਪਿੰਡ ਗੁਰੂ ਕੇ ਲਾਹੌਰ ਵਿੱਚ ਇੱਕ ਪਿੰਡ ਦੇ ਨਹੀਂ, ਨੇੜੇ ਨੇੜੇ ਦੇ ਜਿੰਨੇ ਪਿੰਡ ਨੇ ਸਾਰੀਆਂ ਸੰਗਤਾਂ ਵਿਆਹ ਦੇ ਵਿੱਚ ਇਕੱਠੀਆਂ ਹੋ ਗਈਆਂ। ਧੰਨ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਨਾਲੇ ਸੇਵਾ ਕਰਾਂਗੇ, ਐਸੀ ਮਨਸ਼ਾ ਲੈ ਕੇ ਸੰਗਤ ਆ ਕੇ ਮਿਲੀ ਹੈ। ਸ਼ਪਨਨ ਤੇ ਨਿਕਸੀ ਤਵੈ ਧੁਨ ਬਾਜਨ ਸ਼ਤਰਤਾਰ। ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਹੁਰਾ ਪਰਿਵਾਰ ਨੇ ਸੰਗਤਾਂ ਨੂੰ ਟਿਕਾਉਣ ਵਾਸਤੇ ਸੋਹਣੇ ਛੱਪਰ ਬਣਾਏ ਸਨ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਹੈ ਕਿ ਦੁਕਾਨਾਂ ਜਿਹੜੀਆਂ ਸਨ ਉਹਨਾਂ ਵਾਸਤੇ ਵੱਖਰੇ ਛੱਪਰ ਤਿਆਰ ਕੀਤੇ ਗਏ, ਸੰਗਤ ਦੇ ਰਹਿਣ ਵਾਸਤੇ ਵੱਖਰਾ ਪ੍ਰਬੰਧ ਕੀਤਾ ਗਿਆ। ਹੁਣ ਜਦੋਂ ਪਤਾ ਲੱਗਾ ਵੀ ਮਹਾਰਾਜ ਬਰਾਤ ਦੇ ਸਮੇਤ ਆ ਪਹੁੰਚੇ, ਜਿੰਨੀ ਸੰਗਤ ਛੱਪਰਾਂ ਵਿੱਚ ਕੋਈ ਬੈਠਾ ਹੈ, ਕੋਈ ਲੰਮੇ ਪਿਆ, ਕੋਈ ਆਰਾਮ ਕਰਦਾ, ਕੋਈ ਤਿਆਰ ਹੁੰਦਾ ਪਿਆ, ਸਾਰੇ ਬੜੀ ਜਲਦੀ ਦੇ ਨਾਲ ਆਪੋ ਆਪਣੇ ਛੱਪਰ ਵਿੱਚੋਂ, ਝੌਂਪੜੀ ਦੇ ਵਿੱਚੋਂ ਬਾਹਰ ਨਿਕਲੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਦੋਹਰਾ ਇਤ ਤੇ ਸਹਿਤ ਬਰਾਤ ਗੁਰਲਾਪੁਰ ਤੇ ਅਧ ਕੋ। ਇਧਰੋਂ ਮਹਾਰਾਜ ਚੱਲ ਕੇ ਤੇ ਲਾਹੌਰ ਤੋਂ ਅੱਧਾ ਕੋ ਪਿੱਛੇ ਰਹਿ ਗਏ ਨੇ। ਲਾਹੌਰ ਜਿਹੜਾ ਵਸਾਇਆ ਨਾ, ਜੇ ਆਪਾਂ ਦਰਸ਼ਨ ਕਰਦੇ, ਉਹਦੇ ਤੋਂ ਅੱਧਾ ਕੋ ਮਹਾਰਾਜ ਪਿੱਛੇ ਹਨ। ਟਿਕੇ ਸਕਲ ਤਿਆਰੀ ਕਰੀ ਨੇਗ ਲਾਗ ਕੇ ਜੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਟਿਕੇ ਨੇ, ਲਾਗੀ ਵਗੈਰਾ ਨਾਲ ਨੇ, ਜਿਨ੍ਹਾਂ ਨੇ ਲਾਗ ਵਗੈਰਾ ਲੈਣੇ, ਉਹ ਵੀ ਮਹਾਰਾਜ ਜੀਆਂ ਦੇ ਨਾਲ ਆ ਕੇ ਬੈਠੇ ਹਨ। ਆਦਰੀ ਛੰਦ ਜੇ ਬ੍ਰਿਧ ਮਸੰਦ ਤਿੰਨ ਕੋ ਹੱਕਾ। ਸਤਿਗੁਰੂ ਪਾਤਸ਼ਾਹ ਜੀਆਂ ਨੇ ਜਿਹੜੇ ਪੁਰਾਣੇ ਮਸੰਦ ਸਨ, ਬਜ਼ੁਰਗ ਹੋ ਚੁੱਕੇ ਨੇ, ਜਿਹੜੇ ਬੜੇ ਟਾਈਮ ਤੋਂ ਗੁਰੂ ਘਰ ਦੀ ਸੇਵਾ ਕਰਦੇ ਪਏ, ਉਹ ਜਿਹੜੇ ਬਜ਼ੁਰਗ ਮਸੰਦ ਸਨ, ਉਹਨਾਂ ਨੂੰ ਮਹਾਰਾਜ ਨੇ ਆਪਣੇ ਕੋਲ ਬੁਲਾਇਆ ਹੈ। ਧਨ ਦੀਨ ਤਿਨੋਂ ਥਾ ਤੀਨ ਡਾਲ। ਸਤਿਗੁਰੂ ਪਾਤਸ਼ਾਹ ਜੀਆਂ ਨੇ ਥੈਲੀਆਂ ਵਿੱਚ ਧਨ ਪਾ ਕੇ ਉਹਨਾਂ ਮਸੰਦਾਂ ਨੂੰ ਦੇ ਦਿੱਤਾ। ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਕਿਹਨੂੰ ਮਾਇਆ ਚਾਹੀਦੀ ਹੈ। ਜਿਹੜਾ ਘੋੜਾ ਲੈ ਕੇ ਆਇਆ, ਉਹਨੂੰ ਘੋੜੇ ਦੇ ਦਾਣੇ ਪੱਠੇ ਦਾ ਪ੍ਰਬੰਧ ਕਰਨਾ ਪੈਣਾ ਹੈ। ਇਸੇ ਤਰ੍ਹਾਂ ਕੋਈ ਬੈਲ, ਕੋਈ ਊਠ ਲੈ ਕੇ ਆਇਆ, ਜਿਵੇਂ ਦਾ ਖਰਚਾ, ਜਿਵੇਂ ਦੀ ਮਾਇਆ ਨਾਲ ਦੇ ਬਰਾਤੀਆਂ ਨੂੰ, ਸੰਗੀਆਂ ਨੂੰ ਚਾਹੀਦੀ ਹੈ। ਸਤਿਗੁਰੂ ਜੀਆਂ ਨੇ ਕੁਝ ਮਸੰਦਾਂ ਨੂੰ ਮਾਇਆ ਜਿਹੜੀ ਨਾ ਥੈਲੀਆਂ ਵਿੱਚ ਪਾ ਕੇ ਥੈਲੀਆਂ ਫੜਾ ਦਿੱਤੀਆਂ, ਕਹਿਣ ਲੱਗੇ ਲਓ ਭਾਈ ਆਪੋ ਆਪਣੀਆਂ ਇਹ ਮਾਇਆ ਸਾਂਭੋ ਤੇ ਇਹ ਸੰਗਤ ਸਾਰੀ ਦਾ ਸੰਭਾਲ ਕਰੋ, ਜਿਹਨੂੰ ਜਿੰਨਾ ਖਰਚਾ ਚਾਹੀਦਾ ਉਹਨੂੰ ਦੇਣਾ ਕਰੋ ਜੀ। ਕਰਤੇ ਚਲਿਓ ਬਰਖਾ ਬਿਲੰਗ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਉਹ ਮਾਇਆ ਵੰਡਦੇ ਹੋਏ, ਦਿੰਦੇ ਹੋਏ ਮਹਾਰਾਜ ਸਾਹਿਬ ਜੀ ਅੱਗੇ ਜਾ ਰਹੇ ਹਨ। ਜੇ ਮੇਘ ਉਨਬ ਬਰਖਾਏ ਬੂੰਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਸੇ ਤਰ੍ਹਾਂ ਮੇਘ ਨਾਮ ਗੁਰਮੁਖੋ, ਜਿਵੇਂ
ਮੀਂਹ ਦੀਆਂ ਬੂੰਦਾਂ ਪੈਂਦੀਆਂ, ਮੀਂਹ ਦੀਆਂ ਕਣੀਆਂ ਪੈਂਦੀਆਂ ਨਾ ਧਰਤੀ ਤੇ ਆ ਕੇ, ਐਸੇ ਤਰ੍ਹਾਂ ਮਹਾਰਾਜ ਦੇ ਸਿੱਖ ਜਿਹੜੇ ਨੇ ਸੰਗਤਾਂ ਨੂੰ ਧਨ ਵੰਡਦੇ ਹੋਏ ਜਾ ਰਹੇ ਨੇ। ਜਿਵੇਂ ਬੱਦਲਾਂ ਦਾ ਮੀਂਹ ਪੈਂਦਾ ਹੈ, ਮਹਾਰਾਜ ਦੇ ਸਿੱਖਾਂ ਦੇ ਹੱਥੋਂ ਇਸ ਤਰ੍ਹਾਂ ਮਾਇਆ ਜਿਹੜੀ ਹੈ ਲੋੜਵੰਦਾਂ ਨੂੰ ਵੰਡੀ ਜਾ ਰਹੀ ਹੈ। ਜਦ ਸੁਨੇ ਅਗਾਉਂ ਲੈਣ ਆਏ, ਜਦੋਂ ਸੁਣਿਆ ਲਾਹੌਰ ਦੀ ਸੰਗਤ ਨੇ ਵੀ ਮਹਾਰਾਜ ਆ ਗਏ, ਅੱਗੋਂ ਲੈਣ ਵਾਸਤੇ ਆਏ ਹਨ। ਧੁਨ ਉੱਠੀ ਅਦਕ ਬਾਦਤ ਬਜਾਏ, ਕਈ ਤਰ੍ਹਾਂ ਦੇ ਬਾਜੇ ਵੱਜਦੇ ਪਏ ਤੇ ਕਈ ਸੰਗਤਾਂ ਅੱਗੋਂ ਮਿਲੀਆਂ ਹਨ। ਤਬ ਮਿਲਨ ਹੇਤ ਸਮੀਪ ਹੁਣ ਆਨ, ਮਿਲਣੀ ਹੋਣ ਲੱਗੀ ਹੈ। ਮਹਾਰਾਜ ਦੀ ਬਰਾਤ ਔਰ ਸਹੁਰਾ ਪਰਿਵਾਰ ਬਿਲਕੁਲ ਨੇੜੇ ਨੇੜੇ ਹੋ ਗਏ। ਇਸ ਵੇਲੇ ਮਿਲਣੀ ਹੋਣ ਵਾਸਤੇ ਪਰਿਵਾਰ ਆਮੋ ਸਾਹਮਣੇ ਹੋਏ ਹਨ। ਮਾਤੁਲ ਕਿਰਪਾਲ ਇਤ ਸਾਵਧਾਨ, ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਹਾਰਾਜ ਜੀਆਂ ਦੇ ਮਾਮਾ ਜੀ ਕਿਰਪਾਲ ਚੰਦ ਜੀ ਇਹ ਸਾਰਿਆਂ ਤੋਂ ਪਹਿਲਾਂ ਅੱਗੇ ਵਧੇ, ਬੜੀ ਸਾਵਧਾਨੀ ਦੇ ਨਾਲ ਸਾਰੇ ਸ਼ਗਨਾਂ ਦੇ ਕਾਰਜ ਕਰਦੇ ਹਨ। ਛੁਟੇ ਨਿਸ਼ਾਨ ਅਗਵਾਨ ਜਾਪ, ਤੇ ਮਹਾਰਾਜ ਜੀਆਂ ਦੇ ਅੱਗੇ ਅੱਗੇ ਗੁਰੂ ਕੇ ਸਿੱਖ ਵੱਡੇ ਵੱਡੇ ਨਿਸ਼ਾਨ ਲੈ ਕੇ, ਝੰਡੇ ਲੈ ਕੇ, ਕੇਸਰੀ ਨਿਸ਼ਾਨ ਲੈ ਕੇ ਅੱਗੇ ਅੱਗੇ ਚੱਲਦੇ ਹਨ। ਜਿਨ ਜ਼ਰੀ ਲਾਗ ਬਹੁ ਰੰਗ ਇਹਨਾਂ ਭਾਂਤ, ਨਿਸ਼ਾਨਾਂ ਦੇ ਉੱਪਰ ਕਹਿਣ ਲੱਗੇ ਬੜੀ ਜਰੀਦਾਰ ਕਢਾਈ ਸੁੰਦਰ ਹੋਈ ਹੈ। ਦਿਸ਼ਨ ਮੇਲ ਇਸ ਰੀਤ ਕੀਨ, ਇਸੇ ਤਰ੍ਹਾਂ ਦੋਵਾਂ ਦਸਾਂ ਦਿਸ਼ਾ ਚਾਰ ਛਫੇਰੇ ਤੋਂ ਸੰਗਤਾਂ ਮਿਲ ਕੇ ਇੱਕ ਦੂਜੇ ਨਾਲ ਮਿਲੀਆਂ ਹਨ। ਜਨ ਘੋਖ ਘੋਖ ਘਨ ਮਿਲਤ ਪੀਨ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮੰਨ ਲਓ ਜਿਵੇਂ ਬੱਦਲ ਇੱਕ ਦੂਜੇ ਦੇ ਨਾਲ ਮਿਲ ਕੇ ਗੱਜਦੇ ਨੇ, ਇਸੇ ਤਰ੍ਹਾਂ ਗੁਰੂ ਕੇ ਸਿੱਖ ਜਦੋਂ ਆਪਸ ਵਿੱਚ ਮਿਲੇ, ਸਹੁਰਾ ਪਰਿਵਾਰ ਮਹਾਰਾਜ ਦਾ ਮਿਲਿਆ, ਸਤਿਗੁਰਾਂ ਦੇ ਜਿਹੜੇ ਬਰਾਤ ਵਿੱਚ ਗਏ ਹੋਏ ਸਿੱਖਾਂ ਦੇ ਨਾਲ ਕਹਿਣ ਲੱਗੇ ਗੱਜ ਗੱਜ ਕੇ ਉਸ ਵੇਲੇ ਗੁਰੂ ਕੇ ਸਿੱਖਾਂ ਨੇ ਜਕਾਰੇ। ਅਤੇ ਇਸੇ ਤਰ੍ਹਾਂ ਇੱਕ ਦੂਜੇ ਨੂੰ ਮਿਲਣ ਵਾਸਤੇ ਜੋ ਵੀ ਉਸ ਵੇਲੇ ਦਾ ਸੋ ਫਤਿਹ ਜਕਾਰਾ ਸੀ ਉਹ ਸਾਂਝਾ ਕੀਤਾ ਹੈ। ਸੋ ਫਤਿਹ ਤੇ ਮਹਾਰਾਜ ਸਾਹਿਬ ਜੀਆਂ ਨੇ ਬਾਅਦ ਵਿੱਚ ਬਖਸ਼ਿਸ਼ ਕੀਤੀ ਹੈ। ਜਦੋਂ ਪੌਂਟਾ ਸਾਹਿਬ ਦਾ ਜੰਗ ਜਿੱਤਿਆ ਉਦੋਂ ਮਹਾਰਾਜ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ ਤੋਂ ਪਹਿਲਾਂ ਫਤਿਹ ਇੰਨੀ ਪ੍ਰਚਲਿਤ ਨਹੀਂ ਹੈ, ਪਰ ਫਿਰ ਵੀ ਜਦੋਂ ਬਰਾਤ ਆਪਸ ਵਿੱਚ ਮਿਲੀ ਹੈ, ਸਤਿ ਸ੍ਰੀ ਅਕਾਲ ਦਾ ਨਾਰਾ ਉਸ ਵੇਲੇ ਬੁਲੰਦ ਹੋਇਆ ਹੈ। ਵਾਹਨ ਭਜਾਏ ਵਾਹਨ ਉਡਾਏ, ਸੋ ਕਹਿਣ ਲੱਗੇ ਇਸ ਤਰ੍ਹਾਂ ਆਪੋ ਆਪਣੇ ਵਾਹਨ, ਕੋਈ ਰੱਥ ਤੇ ਕੋਈ ਘੋੜੇ ਤੇ ਚੜਿਆ ਹੋਇਆ ਤੇ ਦੁੜਾ ਕੇ ਆਪੋ ਆਪਣੀ ਥਾਂ ਲੈਣ ਵਾਸਤੇ ਰੁਕਣ ਵਾਸਤੇ ਭੱਜੇ ਹਨ। ਮਿਲੇ ਆਪ ਬਾਹੇ ਆਨੰਦ ਇਸ ਉਪਾਏ, ਤਰ੍ਹਾਂ ਸੰਗਤਾਂ ਆਪਸ ਵਿੱਚ ਬੜੇ ਆਨੰਦ ਦੇ ਸਮੇਤ ਮਿਲੀਆਂ ਹਨ। ਜਨ ਨਦੀ ਹਰਖ ਕੀ ਉਮਟ ਦੋਏ, ਜਿਸ ਤਰ੍ਹਾਂ ਕਹਿੰਦੇ ਨਦੀ ਗੁਰਮੁਖੋਂ ਆ ਜਾਂਦੀ ਹੈ ਨਾ ਚੜ ਕੇ ਇੱਕੇ ਵਾਰੀ ਪਾਣੀ ਦੀ, ਮਹਾਰਾਜ ਦੀ ਬਰਾਤ ਇਸ ਤਰ੍ਹਾਂ ਕਹਿੰਦੇ ਇੱਕੇ ਵਾਰੀ ਚੜ ਕੇ ਮਿਲ ਕੇ ਪਹੁੰਚੀ ਹੈ। ਕੋਈ ਸੰਗਮ ਅੰਗ ਉਮੰਗ ਸੋਏ, ਜਿਸ ਤਰ੍ਹਾਂ ਦੋ ਨਦੀਆਂ ਆਪਸ ਵਿੱਚ ਮਿਲਦੀਆਂ ਸੰਗਮ ਹੁੰਦਾ ਹੈ ਨਾ, ਕਹਿਣ ਲੱਗੇ ਅੱਜ ਮਹਾਰਾਜ ਦੀ ਬਰਾਤ ਦੇ ਸਿੱਖਾਂ ਦਾ ਤੇ ਸਹੁਰੇ ਪਰਿਵਾਰ ਦਾ ਅੱਜ ਸੰਗਮ ਹੋਣਾ, ਮੇਲ ਹੋਣਾ। ਸੋ ਇਸ ਤਰ੍ਹਾਂ ਦੋਨੇ ਪਰਿਵਾਰ ਆਪਸ ਵਿੱਚ ਮਿਲੇ ਹਨ। ਧਨ ਵਸਤ ਅਗਰ ਗੁਰ ਕੇ ਟਿਕਾਏ, ਸਤਿਗੁਰੂ ਪਾਤਸ਼ਾਹ ਜੀਆਂ ਦੇ ਦਿਦਾਰੇ ਕਰਨ ਵਾਸਤੇ ਜਿਹੜੀਆਂ ਵਸਤੂਆਂ ਲਿਆਂਦੀਆਂ ਸਾਰੀਆਂ ਲਿਆ ਕੇ ਸਾਹਮਣੇ ਰੱਖ ਦਿੱਤੀਆਂ ਹਨ। ਸਭ ਭਰੇ ਪਾਏ ਚਿਤ ਚਾਏ ਤੇ ਚਾਏ, ਸਾਰੀ ਸੰਗਤ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੀ ਪਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪਵਿੱਤਰ ਚਰਨ ਬਖਸ਼ਿਸ਼ ਕੀਤੇ ਤੇ ਸਾਰੀ ਸੰਗਤ ਬੜੀ ਭਾਵਨਾ ਦੇ ਨਾਲ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਦੀ ਬਹੁਤ ਬਿਨੈ ਹੈ। ਭਨੀ ਸਭ ਹਾਥ ਬੰਦ, ਸਾਰਿਆਂ ਨੇ ਹੱਥ ਜੋੜ ਜੋੜ ਕੇ ਲਾਹੌਰ ਤੋਂ ਸੰਗਤਾਂ ਚੱਲ ਕੇ ਆਈਆਂ ਇਸ ਗੁਰੂ ਕੇ ਲਾਹੌਰ ਵਿੱਚ ਵਸਣ ਵਾਸਤੇ। ਸਾਰੀ ਸੰਗਤ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦੀ ਹੈ। ਹਮ ਅਲਪ ਲਘੂ ਤੁਮ ਵੱਡ ਬਿਲੰਬ, ਬੇਨਤੀ ਇਹ ਕੀਤੀ ਮਹਾਰਾਜ ਅਸੀਂ ਤੇ ਅਲਪ ਹਾਂ, ਅਸੀਂ ਤੇ ਤੁੱਛ ਹਾਂ, ਅਸੀਂ ਤੇ ਤੁਹਾਡੇ ਸਾਹਮਣੇ ਕੁਝ ਨਹੀਂ, ਪਰ ਮਹਾਰਾਜ ਆਪ ਜੀ ਤੇ ਬਹੁਤ ਵੱਡੇ ਹੋ। ਮਾਧੋ ਹਮ ਐਸੇ ਤੂੰ ਐਸਾ, ਅਸੀਂ ਇਸ ਤਰ੍ਹਾਂ ਦੇ ਨੀਵੇਂ ਆ, ਬਿਲਕੁਲ ਕਮਜ਼ੋਰ ਆ। ਆਪ ਜੀ ਬੜੇ ਵੱਡੇ ਹੋ, ਸੁਤੰਤਰ ਹੋ, ਪਤੰਤਰ ਹੋ, ਬੜੀ ਕਿਰਪਾ ਕਰਨ ਵਾਲੇ। ਸਤਿਗੁਰੂ ਸਾਡਾ ਤੇ ਤੁਹਾਡਾ ਮੇਲ ਹੀ ਕੋਈ ਨਹੀਂ ਹੈ। ਸੋ ਫਿਰ ਵੀ ਆਪ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਨਾਲ ਰਿਸ਼ਤਾ ਜੋੜਿਆ। ਇਹ ਲਾਹੌਰ ਤੋਂ ਆਈ ਹੋਈ ਸੰਗਤ ਮਹਾਰਾਜ ਨੂੰ ਬੇਨਤੀਆਂ ਕਰ ਰਹੀ ਹੈ, ਸਤਿਗੁਰੂ ਜੀ ਆਪ ਜੀ ਤੇ ਬੜੇ ਵੱਡੇ ਹੋ, ਹਰ ਪਾਸਿਓਂ ਆਪ ਜੀ ਵੱਡੇ ਹੋ, ਅਸੀਂ ਆਪ ਜੀ ਦਾ ਕਿਸੇ ਤਰ੍ਹਾਂ ਵੀ ਮੇਲ ਨਹੀਂ ਕਰ ਸਕਦੇ। ਨਿਜ ਹਾਂ ਦਾਸ ਜਾਨ ਪਤ ਲਿਹੁ ਰਾਖ, ਆਪਣੇ ਦਾਸ ਜਾਣ ਕੇ ਮਹਾਰਾਜ ਸਾਡੀ ਤੁਸੀਂ ਇੱਜ਼ਤ ਰੱਖੀ ਹੈ, ਸਾਡੇ ਨਾਲ ਇਹ ਨਾਤਾ ਜੁੜਿਆ ਹੈ। ਅਬ ਕਿਰਪਾ ਕਰੀ ਪੂਰਨ ਪਿਲਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਇਹ ਸਾਡੀ ਅਭਲਾਖਾ ਪੂਰੀ ਕੀਤੀ। ਆਪ ਜੀਆਂ ਨੇ ਜੋ ਦਰਸ਼ਨ ਬਖਸ਼ਿਸ਼ ਕੀਤੇ, ਇਹ ਸਾਡੀ ਆਪ ਜੀਆਂ ਨੇ ਇੱਛਾ ਪੂਰੀ ਕੀਤੀ ਤਬ ਹੈ। ਦਇਆ ਰਾਮ ਪ੍ਰੇਰਿਓ ਕਿਰਪਾਲ, ਇਹਨੇ ਚਿਰ ਨੂੰ ਮਾਮਾ ਕਿਰਪਾਲ ਚੰਦ ਜੀ ਜੋ ਮਹਾਰਾਜ ਜੀਆਂ ਦੇ ਨਾਲ ਨੇ, ਉਹਨਾਂ ਨੇ ਫਿਰ ਦਇਆ ਰਾਮ ਨਾਮ ਦਾ ਇੱਕ ਪ੍ਰੋਹਤ ਗਿਆ ਹੋਇਆ। ਸੋ ਮਾਮਾ ਕਿਰਪਾਲ ਚੰਦ ਜੀਆਂ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਪ੍ਰੋਹਤ ਜੀ ਅੱਗੇ ਵਧੋ, ਜੋ ਵੀ ਇਹ ਕਾਰਜ ਨੇ, ਜੋ ਵੀ ਵਿਧੀ ਵਿਧਾਨ ਮਰਿਆਦਾ ਸ਼ਗਨ ਹੈ, ਉਹਨਾਂ ਨੂੰ ਪੂਰਾ ਕਰਾਉਣਾ ਕਰੋ। ਗੁਰ ਸਸੁਰ ਸਾਥ ਮਿਲ ਮੁਦ ਤੇ ਵਿਸਾਲ, ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਹੜੇ ਸਹੁਰਾ ਸਾਹਿਬ ਨੇ, ਉਹਨਾਂ ਦੇ ਨਾਲ ਜਾ ਕੇ ਇਹ ਪ੍ਰੋਹਤ ਜਿਹੜੇ ਦਇਆ ਰਾਮ ਮਿਲੇ ਹਨ। ਸ਼ੁਭ ਬਸਤਰ ਹਰਖ ਦੀਨ ਸਤੁਰੰਗ, ਤੇ ਕਹਿਣ ਲੱਗੇ ਵੀ ਇਹਨਾਂ ਨੇ ਉਸ ਵੇਲੇ ਭੇਟ ਕੀ ਦਿੱਤੀ ਮਹਾਰਾਜ ਜੀਆਂ ਨੂੰ? ਸੋਹਣੇ ਬਸਤਰ, ਇੱਕ ਘੋੜਾ। ਮਹਾਰਾਜ ਜੀਆਂ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਸਹੁਰਾ ਪਰਿਵਾਰ ਵੱਲੋਂ ਇੱਕ ਘੋੜਾ ਮਹਾਰਾਜ ਜੀਆਂ ਨੂੰ ਭੇਟ ਹੋਇਆ ਸਮੇਤ ਕਾਠੀ ਦੇ, ਔਰ ਸੋਹਣੇ ਬਸਤਰ ਮਹਾਰਾਜ ਜੀਆਂ ਨੂੰ
ਇਹਨਾਂ ਸੰਗਤਾਂ ਨੇ ਮਿਲ ਕੇ ਦਿੱਤੇ ਹਨ। ਕਰ ਮਿਲੇ ਜੁਗਲ ਮਨ ਧਰ ਉਮੰਗ। ਤੇ ਇਸ ਤਰ੍ਹਾਂ ਕਹਿਣ ਲੱਗੇ ਫਿਰ ਆਪਸ ਵਿੱਚ ਮਿਲੇ ਨੇ, ਇਧਰੋਂ ਭਾਈ ਦਇਆ ਰਾਮ ਤੇ ਉਧਰੋਂ ਮਹਾਰਾਜ ਸਾਹਿਬ ਜੀਆਂ ਦੇ ਸਹੁਰਾ ਸਾਹਿਬ ਜਿਹੜੇ ਆਪਸ ਵਿੱਚ ਮਿਲੇ ਹਨ। ਸਨਮਾਨ ਜਾਨ ਗੁਰ ਤਿਨਹੁ ਕੇ। ਤੇ ਉਸ ਵੇਲੇ ਮਹਾਰਾਜ ਜੀਆਂ ਨੇ ਇਹਨਾਂ ਦਾ ਸਨਮਾਨ ਜਾਣ ਕੇ, ਸਤਿਕਾਰ ਜਾਣ ਕੇ ਪਕਵਾਨ ਲੀਨ ਦੇ ਬਾਂਟ ਫੇਰ। ਇਹਨਾਂ ਨੇ ਕੁਝ ਮਠਿਆਈਆਂ ਵੀ ਅੱਗੋਂ ਭੇਟ ਕੀਤੀਆਂ ਮਹਾਰਾਜ ਜੀਆਂ ਨੂੰ। ਸਤਿਗੁਰਾਂ ਨੇ ਉਸ ਵੇਲੇ ਸਿੱਖਾਂ ਨੂੰ ਹੁਕਮ ਕੀਤਾ, ਇਹ ਜਿੰਨੀ ਇਹਨਾਂ ਨੇ ਮਠਿਆਈ ਭੇਟ ਕੀਤੀ ਹੈ ਸਾਰੀ ਸੰਗਤ ਵਿੱਚ ਵਰਤਾ ਦਿਓ। ਪਾਤਸ਼ਾਹ ਦਾ ਹੁਕਮ ਹੁੰਦਿਆਂ ਜਿੰਨੀਆਂ ਮਠਿਆਈਆਂ ਉਸ ਵੇਲੇ ਭੇਟ ਹੋਈਆਂ ਮਹਾਰਾਜ ਦੇ ਦਰਸ਼ਨਾਂ ਵਾਸਤੇ, ਉਹ ਸਾਰੀਆਂ ਸੰਗਤ ਵਿੱਚ ਵੰਡੀਆਂ ਹਨ। ਸਭ ਜਥਾ ਜੋਗ ਕਰਤੇ ਨਹੁ ਸਾ। ਤੇ ਜਥਾ ਜੋਗ ਜੋ ਵੀ ਇਹ ਮਿਲਣੀ ਦੀ ਮਰਿਆਦਾ ਹੈ ਨਾ ਮਹਾਰਾਜ ਜੀਆਂ ਨੇ, ਜੋ ਉਸ ਵੇਲੇ ਦਾ ਰਿਵਾਜ ਹੈ, ਗੁਰੂ ਘਰ ਦੀ ਜੋ ਮਰਿਆਦਾ ਹੈ, ਪਿੱਛੇ ਆਪਾਂ ਬਚਨ ਸਰਵਣ ਕੀਤੇ ਮਹਾਰਾਜ ਦੇ ਘਰ ਵਿੱਚ ਲੌਕਿਕ ਤੇ ਵੈਦਿਕ ਦੋਨੇ ਰੀਤੀਆਂ ਵਰਤਦੀਆਂ ਪਈਆਂ। ਲੌਕਿਕ ਰੀਤੀ ਉਹ ਹੈ ਜਿਹੜੀ ਖਾਨਦਾਨ ਦੀ ਪਰੰਪਰਾ ਹੈ, ਖਾਨਦਾਨੀ ਪਰੰਪਰਾ ਜੋ ਵੀ ਸ਼ਗਨ ਸਨ ਉਹ ਵੀ ਮਹਾਰਾਜ ਨੇ ਕੀਤੇ, ਕਰਵਾਏ। ਜਿਹੜੀ ਵੈਦਿਕ ਮਰਿਆਦਾ ਗ੍ਰੰਥਾਂ ਵਿੱਚ ਲਿਖੀ ਗਈ ਹੈ ਉਹ ਵੈਦਿਕ ਮਰਿਆਦਾ ਵੀ ਮਹਾਰਾਜ ਜੀਆਂ ਨੇ ਕਹਿ ਕੇ ਪੂਰੀ ਕਰਵਾਈ ਹੈ। ਕਰ ਬੇ ਢੁਕਾਓ ਪੁਨ ਚਹਿਤ ਨਾ। ਉਸ ਵੇਲੇ ਮਿਲਣੀ ਤੋਂ ਉਪਰੰਤ ਮਹਾਰਾਜ ਸਾਹਿਬ ਜੀ ਹੁਣ ਬਰਾਤ ਦਾ ਢਕਾਓ ਕਰਨਾ, ਟਿਕਣ ਵਾਸਤੇ ਪਾਤਸ਼ਾਹ ਨੇ ਉਸ ਵੇਲੇ ਹੁਕਮ ਕੀਤਾ ਹੈ। ਚਲੇ ਪੁਰੀ ਕੇ ਸਨਮੁਖ ਹੋਏ। ਇਹ ਸਾਰੀਆਂ ਸੰਗਤਾਂ ਫਿਰ ਮਹਾਰਾਜ ਦੇ ਨਾਲ ਚੱਲ ਪਈਆਂ, ਪਾਤਸ਼ਾਹ ਅੱਗੇ ਅੱਗੇ ਤੇ ਸੰਗਤਾਂ ਨਾਲ ਨਾਲ ਮਹਾਰਾਜ ਦੇ ਚੱਲਦੀਆਂ ਹਨ। ਨਰ ਮਿਲੇ ਹਜ਼ਾਰਾਂ ਦਿਸ਼ਾਂ ਨੂੰ ਦੋਏ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਨੇ ਮਹਾਰਾਜ ਦੀ ਬਰਾਤ ਵਿੱਚ ਇਸ ਵੇਲੇ ਸ਼ਾਮਲ ਹੋ ਗਏ ਹਨ। ਬਰਖਣ ਲੱਗਿਓ ਧਨ ਏਕ ਸਾਰ। ਤੇ ਮਹਾਰਾਜ ਦੀਆਂ ਦੀ ਆਉਣ ਦੀ ਖੁਸ਼ੀ ਵਿੱਚ ਬੇਅੰਤ ਧਨ ਸੰਗਤਾਂ ਨੇ ਉਸ ਵੇਲੇ ਭਰਾਇਆ ਹੈ। ਬੇਅੰਤ ਧਨ ਦੀ ਉਸ ਵੇਲੇ ਸੰਗਤਾਂ ਵਿੱਚ ਦਾਨ ਕੀਤਾ ਗਿਆ, ਵੰਡਿਆ ਗਿਆ ਸੀ, ਬਖਸ਼ਿਸ਼ ਹੋਈ ਹੈ। ਜਨ ਉਨਵ ਜਲਦ ਜਲਦ ਡਾ। ਮੰਨ ਲਓ ਕਿ ਜਿਸ ਤਰ੍ਹਾਂ ਨਿਉਕੇ ਬੱਦਲ ਮੀਂਹ ਪਾਉਂਦਾ ਹੈ ਨਾ, ਅੱਜ ਮੰਨ ਲਓ ਕਿ ਉਹ ਬੱਦਲ ਦੇ ਮੀਂਹ ਦੀ ਥਾਂ ਤੇ ਅੱਜ ਮਾਇਆ ਹੀ ਵੰਡੀ ਜਾ ਰਹੀ ਹੈ। ਗੁਰੂ ਕੇ ਸਿੱਖ ਐਸਾ ਮਾਇਆ ਦਾ ਦਾਨ ਕਰਦੇ ਹਨ। ਬਜਤ ਬਾਜ ਭਈ ਧੂਮ ਇਸ ਧਾਮ। ਤਰ੍ਹਾਂ ਬਹੁਤ ਜ਼ਿਆਦੇ ਬਾਜੇ ਗਾਜੇ ਵੱਜਦੇ ਪਏ ਤੇ ਬੜੀ ਵਿਆਹ ਦੇ ਵਿੱਚ ਬੜੀ ਗੁਰਮੁਖੋ ਰੌਣਕ ਬਣੀ ਹੋਈ ਹੈ। ਵੱਡ ਉਠੀ ਧੂਲ ਲਿਆ ਸ਼ਾਦ। ਜਦੋਂ ਇਸ ਤਰ੍ਹਾਂ ਸੂਰਮੇ ਚੱਲਦੇ ਨੇ, ਘੋੜੇ ਚੱਲਦੇ ਨੇ, ਉਹਨਾਂ ਦੇ ਪੌੜਾਂ ਦੇ ਨਾਲ ਕਹਿੰਦੇ ਮਿੱਟੀ ਉੱਡ ਉੱਡ ਕੇ ਆਕਾਸ਼ ਨੂੰ ਢੱਕ ਲੈਂਦੀ ਹੈ। ਚੜ ਕੇ ਉਤੰਗ ਨਰ ਨਾਰ ਹੀਰ। ਇਸ ਤਰ੍ਹਾਂ ਮਹਾਰਾਜ ਦੀ ਬਰਾਤ ਵੇਖਣ ਵਾਸਤੇ ਲੋਕ ਉੱਚੇ ਉੱਚੇ ਥਾਵਾਂ ਤੇ ਚੜ ਗਏ। ਕੋਈ ਉੱਚੇ ਟਿੱਬੇ ਤੇ ਚੜਿਆ ਹੋਇਆ, ਕੋਈ ਉੱਚੀ ਪਹਾੜੀ ਤੇ ਚੜਿਆ ਹੋਇਆ, ਕੋਈ ਉੱਚੇ ਘਰ ਦੇ ਉੱਪਰ ਚੜ ਕੇ ਮਹਾਰਾਜ ਦੀ ਬਰਾਤ ਨੂੰ ਦੇਖਦੇ ਪਏ ਹਨ। ਬਚ ਬਰਾਤ ਆਈ ਬੜੇ। ਇੱਕ ਦੂਜੇ ਨੂੰ ਕਹਿੰਦੇ ਉਹ ਫਲਾਣਿਆ ਛੇਤੀ ਆ ਜਾ, ਮਹਾਰਾਜ ਦੀ ਬਰਾਤ ਆ ਗਈ, ਲੰਘ ਨਾ ਜਾਵੇ, ਆਪਾਂ ਵੇਖ ਲਈਏ। ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ, ਕੋਠਿਆਂ ਤੇ ਚੜ ਚੜ ਕੇ, ਟਿੱਬਿਆਂ ਤੇ, ਪਹਾੜਾਂ ਤੇ ਚੜੇ ਹੋਏ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਮਾਰ ਕੇ ਬੁਲਾਉਂਦੇ, ਮਹਾਰਾਜ ਦੀ ਬਰਾਤ ਆ ਗਈ, ਆਓ ਦਰਸ਼ਨ ਕਰੀਏ, ਆਓ ਦਰਸ਼ਨ ਕਰੀਏ। ਇਸ ਤਰ੍ਹਾਂ ਕਹਿ ਕਹਿ ਕੇ ਬੁਲਾਉਂਦੇ ਹਨ। ਰੰਗ ਤ੍ਰਿਪਤ ਧਨ ਕੋ ਬਰਖਾਏ। ਸਤਿਗੁਰਾਂ ਨੇ ਇੰਨੀ ਮਾਇਆ ਵੰਡੀ ਹੈ, ਕਹਿਣ ਲੱਗੇ ਜਿਹੜੇ ਗਰੀਬ ਮੰਗਤੇ ਸਨ ਉਹ ਵੀ ਮਹਾਰਾਜ ਦੇ ਸਿੱਖਾਂ ਕੋਲੋਂ ਧਨ ਲੈ ਕੇ ਸ਼ਾਹੂਕਾਰ ਬਣ ਗਏ। ਇੰਨੀ ਮਾਇਆ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ। ਇਹ ਵਿਆਹ ਦਾ ਤੇ ਇੱਕ ਬਹਾਨਾ ਹੈ। ਮਹਾਰਾਜ ਨੇ ਕਈ ਦਿਲਦਰੀਆਂ ਦੇ ਦਿਲਦਰ ਕੱਟਣੇ ਨੇ, ਕਈ ਮੰਗਤਿਆਂ ਨੂੰ ਮਹਾਰਾਜ ਨੇ ਬਖਸ਼ਾਂ ਕਰਕੇ ਨਿਹਾਲ ਕਰਨਾ ਹੈ। ਐਸੀ ਮਾਇਆ ਵਰਤਾਈ ਗਈ ਲੋੜਵੰਦਾਂ ਗਰੀਬਾਂ ਦੇ ਵਿੱਚ। ਜਿਹੜੇ ਮੰਗਤੇ ਬਣ ਕੇ ਆਏ ਉਹ ਸ਼ਾਹੂਕਾਰ ਬਣ ਕੇ ਗਏ। ਐਸੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ ਹਨ। ਸਦਨ ਪੌਰ ਲਗ ਸਕਲ ਜਾਏ। ਸਤਿਗੁਰੂ ਪਾਤਸ਼ਾਹ ਚਲਦਿਆਂ ਚਲਦਿਆਂ ਆਪਣੇ ਸਹੁਰਾ ਪਰਿਵਾਰ ਦੇ ਘਰ ਤੱਕ, ਦਰਵਾਜ਼ੇ ਤੱਕ ਪਹੁੰਚੇ ਹਨ। ਸਭ ਹਟੇ ਬਹੁਰ ਜਨਵਾਸ ਥਾਨ। ਕਹਿਣ ਲੱਗੇ ਵੀ ਹੁਣ ਇੱਥੇ ਅੱਗੇ ਬੀਬੀਆਂ ਦਾ ਜਿਹੜਾ ਪ੍ਰਬੰਧ ਆ ਗਿਆ, ਜੋ ਉਹਨਾਂ ਬੀਬੀਆਂ ਨੇ ਸ਼ਗਨ ਕਰਨੇ ਮਹਾਰਾਜ ਦੀ ਬਰਾਤ ਆਇਆ ਵੇਖ ਕੇ। ਬਾਕੀ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਕੇ ਸਿੱਖ ਥੋੜਾ ਪਿੱਛੇ ਹਟੇ ਤੇ ਹੁਣ ਅੱਗੇ ਦਰਵਾਜ਼ੇ ਤੇ ਮਹਾਰਾਜ ਪਹੁੰਚ ਗਏ। ਹੁਣ ਮਾਈਆਂ ਬੀਬੀਆਂ ਜਿਹੜੀਆਂ ਬੈਠੀਆਂ ਆਈਆਂ ਹੋਈਆਂ, ਉਹਨਾਂ ਨੇ ਸ਼ਗਨ ਕਰਨ ਵਾਸਤੇ ਅੱਗੇ ਆਉਣਾ ਹੈ। ਕਰੇ ਖਰੇ ਜਹ ਪੌਰ ਜਾਨ। ਤੇ ਜਿੱਥੇ ਮੁੱਖ ਦਰਵਾਜ਼ਾ ਸੀ ਨਾ, ਮਹਾਰਾਜ ਸਾਹਿਬ ਜੀਆਂ ਨੂੰ ਉੱਥੇ ਖੜਾ ਕਰ ਲਿਆ ਹੈ। ਗਨ ਨਾਰ ਆਰਤੀ ਹਾਥ। ਉਸ ਵੇਲੇ ਬੀਬੀਆਂ ਨੇ ਕਹਿਣ ਲੱਗੇ ਮਹਾਰਾਜ ਦੀ ਆਰਤੀ ਉਤਾਰਨ ਦਾ ਪ੍ਰੋਗਰਾਮ ਬਣਾਇਆ ਹੈ। ਕਹਿਣ ਲੱਗੇ ਇਸ ਤਰ੍ਹਾਂ ਸੋਹਣੇ ਦੀਵੇ ਜਗਾ ਕੇ, ਥਾਲ ਦੇ ਵਿੱਚ ਸੋਹਣੇ ਮੋਤੀ ਰੱਖ ਕੇ, ਫੁੱਲ ਤੇ ਆਦਿਕ ਰੱਖ ਕੇ ਮਹਾਰਾਜ ਸਾਹਿਬ ਜੀ ਦੀਆਂ ਆਰਤੀ ਉਤਾਰਨ ਵਾਸਤੇ ਇਹ ਸਹੁਰਾ ਪਰਿਵਾਰ ਦੀਆਂ ਜਿਹੜੀਆਂ ਬੀਬੀਆਂ ਆਈਆਂ ਹੋਈਆਂ ਲਾਹੌਰ ਸ਼ਹਿਰ ਤੋਂ, ਇਹ ਅੱਗੇ ਆਈਆਂ ਪਾਤਸ਼ਾਹ ਦੀ ਆਰਤੀ ਉਤਾਰਦੀਆਂ ਹਨ। ਗਾਏ ਗੀਤ ਕਰ ਕਰ ਸਿੰਗਾਰ। ਤੇ ਇਸੇ ਤਰ੍ਹਾਂ ਇਹਨਾਂ ਮਾਈਆਂ ਬੀਬੀਆਂ ਨੇ ਸ਼ਿੰਗਾਰ ਵੀ ਕੀਤੇ ਹੋਏ ਤੇ ਬੜੇ ਸੋਹਣੇ ਜਿਹੜੇ ਸ਼ਗਨਾਂ ਦੇ ਗੀਤ ਨੇ ਉਹ ਪਾਤਸ਼ਾਹ ਦੀ ਬਰਾਤ ਆਇਆ ਵੇਖ ਕੇ ਗਾਏ ਜਾ ਰਹੇ ਹਨ। ਬੜਾ ਸੋ ਤਿਆਗ ਉਤਰੇ ਅਲੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਘੋੜੀ ਤੇ ਚੜੇ ਹੋਏ, ਜਦੋਂ ਵੇਖਿਆ ਵੀ ਹੁਣ ਦਰਵਾਜ਼ਾ ਸਾਹਮਣੇ ਆ ਗਿਆ, ਉਸ ਵੇਲੇ ਪਾਤਸ਼ਾਹ ਜੀ ਆਪਣੀ ਘੋੜੀ ਤੋਂ ਉਸ ਵੇਲੇ ਥੱਲੇ ਉਤਰੇ ਹਨ।
चौकी डसाए तिस पर खरोए। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਬੈਠਣ ਵਾਸਤੇ ਚੌਂਕੀ ਢਾਈ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਉਤਰ ਕੇ ਘੋੜੇ ਤੋਂ ਉਸ ਚੌਂਕੀ ਦੇ ਉੱਪਰ ਆ ਕੇ ਖੜੇ ਹੋ ਗਏ ਹਨ। कर नमो नार गुर कौ ਇਹ निहार। ਜਿੰਨੀਆਂ ਮਾਈਆਂ ਬੀਬੀਆਂ ਨੇ ਸਾਰੀਆਂ ਨੇ ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ तब ਹੈ। करी आरती पुज बसार। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਫਿਰ ਆਰਤੀ ਆਪਣੀਆਂ ਬਾਹਾਂ ਅੱਗੇ ਨੂੰ ਵਧਾ ਕੇ ਨਾ ਹੱਥਾਂ ਵਿੱਚ ਫੜੀਆਂ ਹੋਈਆਂ ਥਾਲੀਆਂ, ਉਹਨਾਂ ਥਾਲੀਆਂ ਵਿੱਚ ਕਈ ਤਰ੍ਹਾਂ ਦੇ ਸ਼ਗਨਾਂ ਦੀਆਂ ਵਸਤੂਆਂ ਪਾਈਆਂ ਹੋਈਆਂ, ਆਪਣੀਆਂ ਬਾਹਾਂ ਅੱਗੇ ਨੂੰ ਉਲੇਰ ਕੇ ਮਹਾਰਾਜ ਸਾਹਿਬ ਜੀਆਂ ਦੀ ਫਿਰ ਆਰਤੀ ਉਤਾਰੀ ਹੈ। रीत करी सगरी संभार। ਜਿੰਨੀ ਵੀ ਰੀਤ ਮਰਿਆਦਾ ਖਾਨਦਾਨ ਦੀ ਉਹ ਸਾਰੀ ਕੀਤੀ ਹੈ। ਸੋ ਹਾਲੇ ਮਹਾਰਾਜ ਨੇ ਗੁਰਮੁਖੋ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਕੀਤਾ ਹੈ, ਹਾਲੇ ਖਾਲਸਾ ਪੰਥ ਸਾਜਿਆ ਨਹੀਂ, ਖਾਲਸੇ ਦੀ ਹਾਲੇ ਮਰਿਆਦਾ ਵੀ ਮਹਾਰਾਜ ਨੇ ਬੰਨਣੀ ਹੈ। ਇਹ ਵਿਆਹ ਕਾਰਜ ਮਹਾਰਾਜ ਜੀਆਂ ਦੇ ਪਹਿਲਾਂ ਹੋਰ ਹੈ, ਇਸ ਕਰਕੇ ਉਸ ਵੇਲੇ ਦਾ ਜੋ ਰੀਤੀ ਰਿਵਾਜ ਵਿਧੀ ਵਿਧਾਨ ਹੈ ਉਹ ਸਾਰਾ ਕੁਝ ਮਹਾਰਾਜ ਖੁਸ਼ੀ ਦੇਣ ਵਾਸਤੇ ਕਰਦੇ ਤੇ ਕਰਾਉਂਦੇ ਪਏ। ਸੋ ਕਈ ਵਾਰੀ ਵਿਚਾਰ ਸਾਡੇ ਮਨ ਵਿੱਚ ਇਹ ਆ ਜਾਂਦੀ ਹੈ ਕਿ ਮਹਾਰਾਜ ਨੇ ਖਾਲਸੇ ਦੀ ਮਰਿਆਦਾ ਇਹ ਬਣਾਈ ਹੈ, ਪਰ ਇਹ ਸਾਰਾ ਕੁਝ ਕਿਵੇਂ ਹੋ ਰਿਹਾ ਹੈ। ਪਰ ਹਾਲੇ ਮਹਾਰਾਜ ਨੇ ਉਹ ਮਰਿਆਦਾ ਅੱਗੇ ਤੋਰਨੀ ਹੈ, ਉਸ ਨੂੰ ਮੁਕੰਮਲ ਕਰਨਾ ਹੈ। ਇਹ ਵਿਆਹ ਕਾਰਜ ਪਹਿਲਾਂ ਉਹਨਾਂ ਕਾਰਜਾਂ ਦੀ ਖੁਸ਼ੀ ਵਾਸਤੇ ਮਹਾਰਾਜ ਇਹ ਕਾਰਜ ਕਰਵਾ ਰਹੇ ਹਨ। सवार होए बहरो कृपा। ਇਸ ਤੋਂ ਫਿਰ ਸਾਰੀ ਜਦੋਂ ਮਰਿਆਦਾ ਪੂਰੀ ਹੋ ਗਈ, ਫਿਰ ਮਹਾਰਾਜ ਇੱਥੋਂ ਅੱਗੇ ਘੋੜੇ ਤੇ ਸਵਾਰ ਹੋਏ ਹਨ। जलवास हो तो तह कर पया। ਜਿੱਥੇ ਮਹਾਰਾਜ ਜੀਆਂ ਦੇ ਰਹਿਣ ਵਾਸਤੇ ਪ੍ਰਬੰਧ ਕੀਤਾ ਉੱਥੇ ਮਹਾਰਾਜ ਪਹੁੰਚ ਗਏ। तंबू शमयान गणतान खान। ਸਤਿਗੁਰਾਂ ਦੇ ਬੈਠਣ ਵਾਸਤੇ ਬੜਾ ਸੋਹਣਾ ਤੰਬੂ ਜਿਹੜਾ ਹੈ ਉਹ ਬੱਧਾ ਹੋਇਆ, ਤੇ ਤੰਬੂ ਦੇ ਵਿੱਚ ਬੜਾ ਸੋਹਣਾ ਚੰਦੋਆ ਬੱਧਾ ਹੋਇਆ, ਜਿਸ ਚੰਦੋਏ ਦੇ ਥੱਲੇ ਮਹਾਰਾਜ ਨੇ ਜਾ ਕੇ ਬੈਠਣਾ ਹੈ। दीर्घ सुहाए जन अनक रंग। ਤੇ ਇਹ ਜਿਹੜਾ ਚੰਦੋਆ ਮਹਾਰਾਜ ਦੇ ਸਿਰ ਤੇ ਗੁਰਮੁਖੋਂ ਲਾਉਣਾ ਹੈ ਨਾ, ਸੀਸ ਦੇ ਉੱਪਰ ਲੱਗਣਾ ਹੈ। ਕਹਿਣ ਲੱਗੇ ਚੰਦੋਆ ਬੜਾ ਹੀ ਸੋਹਣਾ ਤੇ ਬੜੇ ਰੰਗਾਂ ਦਾ, ਬੜੀ ਸ਼ੋਭਾ ਪਾਉਂਦਾ ਹੈ। रेशम सो डोर लागे ਇਸ उतंग। ਚੰਦੋਏ ਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ, ਰੇਸ਼ਮ ਬੜਾ ਮਹਿੰਗਾ ਕਪੜਾ ਹੈ। ਹੁਣ ਮਹਾਰਾਜ ਸਾਹਿਬ ਜੀ ਤੇ ਖਾਸਮ ਖਾਸ ਹੀ ਨੇ ਨਾ, ਵੱਡੀ ਸੇਵਾ ਸੰਗਤ ਵੱਧ ਚੜ ਕੇ ਕਰ ਰਹੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਜਿਹੜਾ ਚੰਦੋਆ ਮਹਾਰਾਜ ਦੇ ਸੀਸ ਦੇ ਉੱਪਰ ਸ਼ੋਭਾ ਪਾਉਂਦਾ ਪਿਆ, ਰੇਸ਼ਮ ਦੀਆਂ ਡੋਰਾਂ ਦੇ ਨਾਲ ਖਿੱਚ ਕੇ ਬੱਧਾ ਹੋਇਆ ਹੈ। गुरहित बुलंद तंबू लगाए। ਸਤਿਗੁਰਾਂ ਦੇ ਵਾਸਤੇ ਬੈਠਣ ਵਾਸਤੇ ਤੰਬੂ ਲਾਇਆ। ਇੱਥੇ ਮਹਾਰਾਜ ਆਰਾਮ ਕਰਨਗੇ, ਇੱਥੇ ਮਹਾਰਾਜ ਬੈਠ ਕੇ ਸੰਗਤ ਨੂੰ ਦਰਸ਼ਨ ਦੇਣਗੇ, ਇੱਥੇ ਮਹਾਰਾਜ ਬੈਠ ਕੇ ਪ੍ਰਸ਼ਾਦਾ ਭੋਜਨ ਛਕਣਗੇ। ਉਹ ਸਾਰੇ ਵੱਖੋ ਵੱਖਰੇ ਤੰਬੂ ਜਿਹੜੇ ਨੇ ਲਾ ਕੇ ਪ੍ਰਬੰਧ ਕੀਤਾ ਹੋਇਆ तह ਹੈ। बरे जाए सतगुर सुहाए। ਤੇ ਸ਼ੋਭਨੀਕ ਪਾਤਸ਼ਾਹ ਜੀ ਜਾ ਕੇ ਉੱਥੇ ਪਹੁੰਚੇ ਹਨ। दोहरा बीच चंदोआ चाननी ताने रेशम डोर। ਸੋ ਸਤਿਗੁਰੂ ਪਾਤਸ਼ਾਹ ਜੀਆਂ ਦੇ ਵਾਸਤੇ ਚੰਦੋਆ ਤਣਿਆ ਹੋਇਆ, ਰੇਸ਼ਮ ਦੀਆਂ ਡੋਰਾਂ ਰੱਸੀਆਂ ਦੇ ਨਾਲ ਬੱਧਾ ਹੋਇਆ ਹੈ। लगी कनात बनात की सब मखमल चौं और। ਸੋ ਜਿਸ ਕਨਾਤ ਵਿੱਚ ਮਹਾਰਾਜ ਬੈਠੇ, ਉਹ ਕਨਾਤ ਵੀ ਕਹਿਣ ਲੱਗੇ ਬੜੀ ਸੋਹਣੀ ਤੇ ਮਖਮਲੀ ਗੱਦਾ ਵਿਛਾਇਆ, ਜਿਸ ਗੱਦੇ ਦੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਿਰਾਜਮਾਨ ਹੋਣਾ। ਲਾਹੌਰ ਦੀ ਸੰਗਤ ਬੜਾ ਸੋਹਣਾ ਮਖਮਲੀ ਗੱਦਾ ਲੈ ਕੇ ਆਈ ਹੈ। ਉਹ ਗੱਦਾ ਵਿਛਾ ਕੇ ਉਹਦੇ ਉੱਪਰ ਸੋਹਣੀਆਂ ਚਾਦਰਾਂ ਵਿਛਾ ਕੇ ਬੜੀ ਸੋਹਣੀ ਸੇਜਾ, ਬੜਾ ਸੋਹਣਾ ਬੈਠਣ ਦਾ ਇਹ ਜਿਹੜਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ ਮਹਾਰਾਜ ਉੱਥੇ ਪਹੁੰਚੇ ਹਨ। आज तज वाहन सकल ही बैठे बृंद ਜਿੰਨੇ मजा। ਬਰਾਤੀ ਮਹਾਰਾਜ ਦੇ ਨਾਲ ਗਏ, ਉਹਨਾਂ ਦੇ ਬੈਠਣ ਵਾਸਤੇ ਵੀ ਬੜੇ ਸੋਹਣੇ ਤੰਬੂ ਸਜਾਏ ਹੋਏ। ਉਹਨਾਂ ਤੰਬੂਆਂ ਦੇ ਵਿੱਚ ਬੜੀ ਸੋਹਣੀ ਵਿਛਾਈ ਕੀਤੀ। ਜਿੰਨੇ ਬਰਾਤੀ ਗਏ ਉਹ ਸਾਰੇ ਜਿੱਥੇ ਜਿੱਥੇ ਜਗ੍ਹਾ ਮਿਲੀ ਹੈ, ਸਾਰੇ ਆਪੋ ਆਪਣੇ ਤੰਬੂਆਂ ਵਿੱਚ ਜਾ ਕੇ ਬੈਠੇ ਹਨ। मनहो सुधर्मा शोभती बसन विभूखन चाल। ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਕਹਿੰਦੇ ਮੰਨ ਲਓ ਜਿਵੇਂ ਸਵਰਗਾਂ ਦੇ ਵਿੱਚ ਇੰਦਰ ਰਾਜੇ ਦੀ ਸਭਾ ਸ਼ੋਭਾ ਪਾਉਂਦੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਬਰਾਤ ਅੱਜ ਇਸੇ ਤਰ੍ਹਾਂ ਸ਼ੋਭਾ ਪਾ ਰਹੀ ਹੈ। ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੂੰ ਸੁੰਦਰ ਸਿਹਰਾ ਇੱਕ ਬੀਬੀ ਨੇ, ਮਾਈ ਨੇ ਭੇਟ ਕੀਤਾ। ਮਹਾਰਾਜ ਇਹ ਸਿਹਰਾ ਆਪ ਜੀ ਸਜਾਓ, ਸਿਹਰੇ ਬਿਨਾ ਆਪ ਜੀ ਕਿਵੇਂ ਇਹ ਬਰਾਤ ਦੇ ਸ਼ਗਨ ਹੁੰਦੇ ਪਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਕੀਤਾ, ਕਹਿਣ ਲੱਗੇ ਬੀਬੀ ਮਾਤਾ ਤੇਰਾ ਸਿਹਰਾ ਆਇਆ ਸਾਨੂੰ ਪ੍ਰਵਾਨ ਹੈ, ਪਰ ਇਹ ਹੁਣ ਸਾਰੇ ਕਾਰਜ ਫਤਿਹ ਹੋ ਗਏ। ਉਹ ਮਹਾਰਾਜ ਸਾਹਿਬ ਜੀਆਂ ਨੇ ਸਿਹਰਾ ਉੱਥੇ ਪ੍ਰਵਾਨ ਕੀਤਾ। ਅੱਜ ਵੀ ਆਪ ਗੁਰੂ ਕੇ ਲਾਹੌਰ ਜਾ ਕੇ ਦਰਸ਼ਨ ਕਰਦੇ ਹੋ। ਸੋ ਗੁਰੂ ਕੇ ਲਾਹੌਰ ਤੋਂ ਪਹਿਲਾਂ ਗੁਰਦੁਆਰਾ ਸਿਹਰਾ ਸਾਹਿਬ ਆ ਜਾਂਦਾ ਹੈ, ਜਿੱਥੇ ਮਹਾਰਾਜ ਜੀਆਂ ਨੇ ਸਿਹਰਾ ਵਧਾਇਆ ਬੱਧਾ ਹੋਇਆ। ਸੋ ਉਹ ਸਿਹਰਾ ਸਾਹਿਬ ਗੁਰੂ ਘਰ ਸੁੰਦਰ ਬਣਿਆ ਹੋਇਆ। ਇੱਥੋਂ ਫਿਰ ਮਹਾਰਾਜ ਚੱਲ ਕੇ ਅੱਗੇ ਆਪਣੇ ਨਿਵਾਸ ਸਥਾਨ ਤੇ ਪਹੁੰਚੇ ਹਨ। चौपई लावा लेन समय तवे आयो। ਸੋ ਕਹਿਣ ਲੱਗੇ ਇੰਨੇ ਚਿਰ ਨੂੰ ਲਾਵਾਂ ਲੈਣ ਦਾ ਜਿਹੜਾ ਸਮਾਂ ਹੈ ਨਾ ਉਹ ਆ ਗਿਆ, ਜਦੋਂ ਮਹਾਰਾਜ ਦੇ ਫੇਰੇ ਹੋਣੇ ਹਨ। तेन धूल वेला दर्शाए। ਕਹਿਣ ਲੱਗੇ ਵੀ ਇਹ ਧੇਨ ਧੂਲ, ਧੇਨ ਨਾਮ ਗੁਰਮੁਖੋ ਗਊ ਦਾ ਹੈ। ਪਹਿਲੇ ਸਮਿਆਂ ਵਿੱਚ ਜਿਵੇਂ ਅੱਜ ਆਪਣੇ ਕੋਲ ਘੜੀਆਂ ਨੇ ਨਾ, ਟਾਈਮ ਹੈ, ਆਪਾਂ ਦੱਸ ਦਿੰਦੇ ਇੰਨੇ ਵੱਜ ਗਏ, ਇੰਨੇ ਮਿੰਟ ਹੋ ਗਏ। ਪਹਿਲਾਂ ਇਸ ਤਰ੍ਹਾਂ ਨਹੀਂ ਹੈ।
ਪਹਿਲਾਂ ਹੁੰਦਾ ਸੀ ਵੀ ਇੰਨੇ ਪਹਿਰ ਦਿਨ ਚਲਾ ਗਿਆ, ਇੰਨੀਆਂ ਘੜੀਆਂ ਦਿਨ ਚਲਾ ਗਿਆ। ਜਦੋਂ ਪੈ ਜਾਂਦੀ ਨਾ ਸ਼ਾਮ, ਉਹ ਸ਼ਾਮ ਦੇ ਵੇਲੇ ਨੂੰ ਆਖਿਆ ਜਾਂਦਾ ਸੀ ਕਿ ਇਹ ਜਿਹੜਾ ਹੈ ਧੇਨ ਧੂਲ, ਧੇਨ ਜਿਹੜੀ ਗਊ ਹੈ ਉਹਦੇ ਪੈਰਾਂ ਦੇ ਨਾਲ ਜਦੋਂ ਘੱਟਾ ਉੱਡਦਾ, ਉਹ ਸਮਾਂ ਕਿਹੜਾ? ਸ਼ਾਮ ਦਾ। ਕਿਉਂਕਿ ਜਦੋਂ ਵਾਗੀ ਜਾਂਦੇ ਸਨ ਨਾ ਗਾਵਾਂ ਚਾਰਨ ਵਾਸਤੇ, ਤੇ ਗਾਵਾਂ ਚਾਰ ਕੇ ਉਹਨਾਂ ਨੇ ਸ਼ਾਮ ਨੂੰ ਮੁੜਨਾ, ਜਦੋਂ ਸੂਰਜ ਛਿਪਦਾ ਪਿਆ, ਲਹਿੰਦਾ ਪਿਆ, ਉਸ ਵੇਲੇ ਉਹ ਗਾਵਾਂ ਵਾਪਸ ਆਉਂਦੀਆਂ ਚਰ ਕੇ। ਉਸ ਸਮੇਂ ਨੂੰ ਆਖਿਆ ਜਾਂਦਾ ਸੀ ਧੇਨ ਧੂਲ, ਵੀ ਗਾਵਾਂ ਦੇ ਖੁਰਾਂ ਦੇ ਨਾਲ ਜਦੋਂ ਘੱਟਾ ਉੱਡਦਾ ਉਹ ਸਮਾਂ ਕਿਹੜਾ ਹੈ? ਸ਼ਾਮ ਦਾ ਸਮਾਂ। ਜਦੋਂ ਸਾਰਾ ਦਿਨ ਗਾਵਾਂ ਚਰ ਕੇ ਸ਼ਾਮ ਨੂੰ ਜਦੋਂ ਸੂਰਜ ਅਸਤ ਹੋਣ ਲੱਗਦਾ ਹੈ, ਉਸ ਵੇਲੇ ਗਾਵਾਂ ਵਾਪਸ ਆਉਂਦੀਆਂ, ਉਹ ਸਮੇਂ ਨੂੰ ਫਿਰ ਧੇਨ ਧੂਲ ਆਖਿਆ ਜਾਂਦਾ ਕਿ ਇਹ ਸਮਾਂ ਹੁਣ ਗਾਵਾਂ ਦੀ ਵਾਪਸੀ ਦਾ ਆ ਗਿਆ ਹੈ, ਇਹ ਚਰ ਕੇ ਵਾਪਸ ਆਉਂਦੀਆਂ, ਸ਼ਾਮ ਦਾ ਸਮਾਂ। ਮਹਾਰਾਜ ਸਾਹਿਬ ਜੀਆਂ ਦੇ ਲਾਵਾਂ ਲੈਣ ਦਾ ਸਮਾਂ ਜਿਹੜਾ ਹੈ, ਕਹਿਣ ਲੱਗੇ ਉਸ ਵੇਲੇ ਆ ਕੇ ਪਹੁੰਚਾ ਹੈ। ਜਿਤ ਪਹੁੰਚੇ ਉਤਲਾਵਤ ਤਬੈ, ਸੋ ਕਹਿਣ ਲੱਗੇ ਉਸ ਵੇਲੇ ਮਹਾਰਾਜ ਦੇ ਫੇਰਿਆਂ ਵਾਸਤੇ ਸਾਰੇ ਪ੍ਰਬੰਧ ਕੀਤੇ ਗਏ ਹਨ। ਗੁਰ ਸਮੇਤ ਜਹ ਬੈਠੇ ਸਵੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਤ ਸਾਰੇ ਜਾ ਕੇ ਆਨੰਦ ਕਾਰਜ ਵਿਆਹ ਕਰਾਉਣ ਵਾਸਤੇ ਬੈਠੇ ਹਨ। ਜਾਏ ਕਿਰਪਾਲ ਸਾਥ ਤਬ ਕਯੋ, ਸਤਿਗੁਰੂ ਮਹਾਰਾਜ ਸਾਹਿਬ ਜੀਆਂ ਦੇ ਮਾਮਾ ਜੀ ਨਾਲ ਨੇ, ਸਾਰਾ ਹੁਣ ਪ੍ਰਬੰਧ ਉਹਨਾਂ ਨੇ ਕਰਨਾ ਨਾ। ਗੁਰਮੁਖੋ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਸ਼ਹੀਦੀ ਪਾ ਗਏ ਨਾ ਆਪਣੇ ਪੁੱਤਰ ਦੇ ਵਿਆਹ ਤੋਂ ਪਹਿਲਾਂ, ਤੇ ਹੁਣ ਜਿੰਨੀਆਂ ਜ਼ਿੰਮੇਵਾਰੀਆਂ ਨੇ ਉਹ ਮਾਮਾ ਜੀ ਦੇ ਸਿਰ ਦੇ ਉੱਪਰ ਨੇ। ਮਾਮਾ ਕਿਰਪਾਲ ਚੰਦ ਜੀ ਮਹਾਰਾਜ ਦੇ ਨਾਲ ਨਾਲ ਹਰ ਵੇਲੇ ਦੱਸਦੇ ਕਿ ਆਹ ਕਾਰਜ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਇੰਨੇ ਚਿਰ ਨੂੰ ਮਾਮਾ ਕਿਰਪਾਲ ਚੰਦ ਜੀ ਮਹਾਰਾਜ ਜੀਆਂ ਨੂੰ ਲੈ ਕੇ ਅੱਗੇ ਵਧੇ ਹਨ। ਲਾਵਾਂ ਲੈਣ ਸਮੇਂ ਅਵ ਲਹਿਓ, ਕਿਉਂਕਿ ਹੁਣ ਲਾਵਾਂ ਲੈਣ ਦਾ ਸਮਾਂ, ਸਹੁਰੇ ਪਰਿਵਾਰ ਨੇ ਆਖਿਆ ਪਹਿਲਾਂ ਲਾਵਾਂ ਦਾ ਕੰਮ ਫਤਿਹ ਕਰੀਏ, ਇਹ ਵਿਆਹ ਦਾ ਕਾਰਜ ਪੂਰਾ ਮੁਕੰਮਲ ਹੋ ਜਾਵੇ। ਵਿਆਹ ਦਾ ਸਮਾਂ ਜਾਣ ਕੇ, ਲਾਵਾਂ ਦਾ ਸਮਾਂ ਜਾਣ ਕੇ ਉਸ ਵੇਲੇ ਫਿਰ ਤਿਆਰੀ ਕਰ ਬੈਠੇ ਹਮ ਭਵਨੂ। ਤੇ ਇਹ ਸੰਗਤ ਬੇਨਤੀ ਕਰਦੀ ਪਈ ਲਾਹੌਰ ਦੀ ਕਿ ਮਹਾਰਾਜ ਅਸੀਂ ਸਾਰੀ ਤਿਆਰੀ ਕਰਕੇ ਬੈਠੇ ਹੋਏ, ਇਸ ਕਰਕੇ ਹੁਣ ਇਸ ਕਾਰਜ ਨੂੰ ਫਤਿਹ ਕਰਨਾ ਕਰੀਏ। ਪ੍ਰਤੀਖਣ ਤੁਮ ਆਗਵਨ, ਤੇ ਸਤਿਗੁਰੂ ਪਾਤਸ਼ਾਹ ਜੀ ਅਸੀਂ ਤੇ ਤੁਹਾਨੂੰ ਉਡੀਕਦੇ ਪਏ ਵੀ ਆਪ ਜੀ ਕਦੋਂ ਆਓ ਤੇ ਆਪਾਂ ਇਹ ਲਾਵਾਂ ਲੈਣ ਦਾ ਕਾਰਜ, ਆਨੰਦ ਕਾਰਜ ਦਾ ਸੰਪੂਰਨ ਕਰੀਏ। ਜਬ ਜਨਵਾਸ ਵਿਖੇ ਸੁਧ ਪਾਈ, ਇਸੇ ਤਰ੍ਹਾਂ ਇਹ ਖਬਰ ਜਿਹੜੀ ਹੈ ਨਾ, ਇਹ ਸੁਨੇਹਾ ਫਿਰ ਅੰਦਰ ਪਰਿਵਾਰਾਂ ਨੂੰ ਭੇਜਿਆ ਗਿਆ। ਹੁਣ ਮਾਤਾ ਜੀ ਨੇ ਉੱਥੋਂ ਆਉਣਾ, ਉਹਨਾਂ ਦੇ ਆਏ ਫੇਰੇ ਹੋਣਗੇ। ਅੰਦਰ ਬੀਬੀਆਂ ਨੂੰ ਖਬਰ ਪਹੁੰਚਾਈ ਹੈ ਵੀ ਲੜਕੇ ਨੂੰ ਤਿਆਰ ਕਰਕੇ ਬਾਹਰ ਲੈ ਕੇ ਆਓ, ਆਨੰਦ ਕਾਰਜ ਦਾ ਸਮਾਂ ਹੋ ਗਿਆ। ਜਦੋਂ ਇਹ ਸੁਨੇਹਾ ਅੰਦਰ ਮਹਿਲਾਂ ਦੇ ਵਿੱਚ ਪਹੁੰਚਾ ਹੈ, ਅਰੇ ਡੰਕ ਸਭ ਬਾਜ ਬਜਾਏ, ਇਹਨਾਂ ਨੇ ਵੀ ਪੂਰੀ ਕਹਿਣ ਲੱਗੇ ਗੁਰਮੁਖੋ ਤਿਆਰੀ ਕੀਤੀ ਹੋਈ ਬਹੁਤ ਜ਼ਿਆਦਾ। ਉਸ ਵੇਲੇ ਬਾਜੇ ਗਾਜੇ ਵੱਜ ਉੱਠੇ, ਬੜੀਆਂ ਰੌਣਕਾਂ ਸ਼ੁਰੂ ਹੋਈਆਂ ਹਨ। ਲਗ ਦੁੰਦਵ ਬੜ ਧੌਂਸ ਤੁਕਾਰੀ, ਇਸੇ ਤਰ੍ਹਾਂ ਛੋਟੇ ਤੇ ਵੱਡੇ ਨਗਾਰੇ ਜਿਹੜੇ ਨੇ ਗੁਰੂ ਕੇ ਸਿੱਖਾਂ ਨੇ ਉਸ ਵੇਲੇ ਬਜਾਏ। ਮੰਨ ਲਓ ਬੱਦਲ ਗਾਇਦਾ ਪਿਆ ਹੈ, ਇਸ ਤਰ੍ਹਾਂ ਦੀ ਰੌਣਕ ਬਣੀ ਹੈ। ਤੁਰਰੀ ਮੁਰਲਨ ਫੀਰ ਸੰਭਾਰੀ, ਗੁਰਮੁਖੋ ਇਹ ਸਾਜ਼ਾਂ ਦੇ ਨਾਮ ਨੇ। ਤੁਰਰੀ ਇੱਕ ਸਾਜ਼ ਹੈ ਜਿਹੜਾ ਮੂੰਹ ਦੇ ਵਿੱਚ ਪਾ ਕੇ ਵਜਾਇਆ ਜਾਂਦਾ ਹੈ। ਇਸੇ ਤਰ੍ਹਾਂ ਮੁਰਲ ਨਾਮ ਮੁਰਲੀ ਦਾ ਹੈ, ਜਿਸ ਨੂੰ ਬਾਂਸੁਰੀ ਕਿਹਾ ਜਾਂਦਾ। ਬਾਂਸੁਰੀ ਇਤਿਆਦਿਕ ਸਾਜ਼, ਨਫੀਰੀ ਇਤਿਆਦਿਕ ਸਾਜ਼ ਨੇ, ਸਾਰੇ ਮੂੰਹ ਵਿੱਚ ਪਾ ਕੇ ਵਜਾਉਣ ਵਾਲੇ। ਇਹ ਵਜਾਉਣ ਵਾਲੇ ਬਾਜੇ ਸਾਰੇ ਆ ਕੇ ਪਹੁੰਚੇ ਹਨ। ਪਟਹਿ ਪਣਬ ਬੜ ਢੋਲ ਵਜਾਏ, ਇਸੇ ਤਰ੍ਹਾਂ ਕਹਿਣ ਲੱਗੇ ਕਿ ਢੋਲ ਵਜਾਏ ਜਾ ਰਹੇ, ਪਟੇ ਇਤਿਆਦਿ ਕੇ ਸਾਜ਼ਾਂ ਦੇ ਨਾਮ ਵਜਾਏ ਜਾ ਰਹੇ ਹਨ। ਸੁਨਤ ਉਠੇ ਤਤ ਸ਼ਨ ਸੌਂਦਾ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਵਿਆਹ ਆਨੰਦ ਕਾਰਜ ਦਾ ਸਮਾਂ ਹੋ ਗਿਆ। ਸਾਰੇ ਜਣੇ ਉੱਠ ਕੇ ਨਾਲ ਚੱਲੇ ਹਨ। ਨੰਦਨ ਸੁੰਦਰ ਸੁਖ ਕੰਦ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੁੱਤਰ ਸਯਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੜੇ ਸੁੰਦਰ ਸੁਖਾਂ ਨੂੰ ਦੇਣ ਵਾਲੇ। ਦੂਲੋ ਦਿਵਤ ਸਰਦ ਜਨ ਚੰਦ, ਕਹਿਣ ਲੱਗੇ ਜਿਵੇਂ ਸਰਦੀ ਦਾ ਚੰਦਰਮਾ ਸ਼ੋਭਾ ਪਾਉਂਦਾ ਹੈ ਨਾ, ਉਹਦੀਆਂ ਠੰਡੀਆਂ ਕਿਰਨਾਂ ਠੰਡ ਦਿੰਦੀਆਂ, ਜਿਨ੍ਹਾਂ ਨੇ ਚੰਦਰਮਾ ਦੀ ਚਾਂਦਨੀ ਨੂੰ ਮਾਣਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜਿਹੜੇ ਦਿਦਾਰੇ ਨੇ, ਕਹਿਣ ਲੱਗੇ ਚੰਦਰਮਾ ਦੇ ਚੰਨ ਵਰਗੇ ਠੰਡ ਦੇਣ ਵਾਲੇ, ਜਿਹੜਾ ਵੀ ਦਰਸ਼ਨ ਕਰਦਾ ਆਨੰਦਿਤ ਹੋ ਜਾਂਦਾ, ਐਸੀ ਬਖਸ਼ਿਸ਼ ਹੁੰਦੀ ਪਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਪਹੁੰਚੇ ਨੇ। ਹੁਣ ਕਿਵੇਂ ਮਹਾਰਾਜ ਸਾਹਿਬ ਜੀ ਦੀਆਂ ਲਾਵਾਂ ਹੋਣਗੀਆਂ, ਆਨੰਦ ਕਾਰਜ ਕਿਵੇਂ ਹੁੰਦੇ, ਔਰ ਉਹ ਸ਼ਗਨਾਂ ਦੇ ਕਾਰਜ ਕਿਵੇਂ ਮਹਾਰਾਜ ਇੱਥੇ ਸੰਪੂਰਨ ਕਰਵਾਉਂਦੇ, ਮਹਾਰਾਜ ਦੇ ਵੈਰੀ ਕਿਵੇਂ ਹਮਲਾ ਕਰਨਗੇ। ਕਿਉਂਕਿ ਵੈਰੀ ਨੂੰ ਗੁਰਮੁਖੋ ਮੌਕਾ ਚਾਹੀਦਾ। ਵੈਰੀ ਨੇ ਇਹ ਨਹੀਂ ਵੇਖਣਾ ਵੀ ਇਹ ਖੁਸ਼ੀ ਦਾ ਸਮਾਂ ਹੈ ਕਿ ਜਾਂ ਕਿਹੜਾ ਸਮਾਂ ਹੈ। ਮਹਾਰਾਜ ਦੇ ਵੈਰੀ ਵੀ ਤੱਕਦੇ ਪਏ ਵੀ ਕਦੋਂ ਸਾਡੇ ਦਾਅ ਥੱਲੇ ਆਉਣ ਤੇ ਅਸੀਂ ਵਾਰ ਕਰੀਏ। ਇਹ ਵੈਰੀ ਮਹਾਰਾਜ ਦੇ ਪਹਾੜੀ ਰਾਜੇ ਕਿਵੇਂ ਹਮਲਾ ਕਰਨਗੇ ਆ ਕੇ, ਉਹ ਵੀ ਆਪਾਂ ਬਚਨ ਸਰਵਨ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਕਤਹਿ ਨ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।